ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਮੇਰਾ ਨਾਮ ਰਾਹੁਲ ਜੈਨ ਹੈ। ਮੈਂ ਪਟਿਆਲੇ ਤੋਂ ਹਾਂ। ਤੇ ਸਭ ਤੋਂ ਪਹਿਲਾਂ ਜੋ ਵੀ ਕਿਸਾਨ ਵੀਰ ਅੱਜ ਉਰੇ ਇਕੱਠੇ ਹੋਏ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਆਏ ਹੋ। ਮੁੱਦਾ ਮੇਰੇ ਖਿਆਲ 'ਚ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿਸ ਕਰਕੇ ਇਕੱਠੇ ਹੋਏ ਆ। ਫਿਰ ਵੀ ਮੈਂ ਥੋੜਾ ਜਿਹਾ ਉਸ ਬਾਰੇ ਮੋਟਾ ਜਿਹਾ ਦੱਸ ਦਿੰਦਾ। ਅੱਜ ਆਪਾਂ ਇਕੱਠੇ ਹੋਏ ਆ ਕੁਝ ਗੱਲਾਂ ਸਾਂਝੀਆਂ ਕਰਨ ਲਈ ਝੋਨਾ ਲਗਾਉਣ ਵਾਲੀ ਮਸ਼ੀਨਾਂ ਬਾਰੇ। ਜਿਹੜੀ ਮੈਂ ਅੱਜ ਗੱਲਾਂ ਕਰਾਂਗਾ ਉਹ ਕਾਇਰਾ ਕੰਪਨੀ ਦੀਆਂ ਜਿਹੜੀਆਂ ਮਸ਼ੀਨਾਂ ਹੈ ਜੋ ਕਿ ਅਸੀਂ ਮਾਰਕੀਟ ਕਰਦੇ ਹਾਂ, ਤੇ ਉਸ ਬਾਰੇ ਆਪਾਂ ਸਾਰੀਆਂ ਗੱਲਾਂ ਅੱਗੇ ਸਾਂਝੀਆਂ ਕਰਾਂਗੇ। ਦੇਖੋ, ਵੈਸੇ ਤਾਂ ਜਿਵੇਂ ਕਹਿੰਦੇ ਆ ਕਿ ਤੁਸੀਂ ਗਿਆਨੀ ਗਿਆਨ ਹੋ, ਕਿਉਂਕਿ ਜਦ ਤੋਂ ਆਪਾਂ ਜੰਮਦੇ ਆਂ, ਜਦ ਤੋਂ ਆਪਾਂ ਹੋਸ਼-ਹਵਾਸ ਸੰਭਾਲਦੇ ਆਂ, ਤਾਂ ਆਪਾਂ ਖੇਤੀ ਨੂੰ ਹੀ ਸਮਝਣ 'ਚ ਆਪਣਾ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਤਾਂ ਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਗਿਆਨ ਕੋਈ ਬਹੁਤ ਜ਼ਿਆਦਾ ਹੈ ਤੇ ਜਿਹੜਾ ਅੱਜ ਮੈਂ ਤੁਹਾਨੂੰ ਕੋਈ ਐਕਸਟਰਾ ਗੱਲਾਂ ਸਮਝਾਉਣ ਆਇਆ, ਲੇਕਿਨ ਫਿਰ ਵੀ ਬਹੁਤ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਕਿ ਆਪਾਂ ਆਪਣੇ ਰੂਟੀਨ 'ਚ ਚੱਲ ਰਹੇ ਹੁੰਦੇ ਆ ਤੇ ਉਸ ਦਾ ਦੂਜਾ ਪਾਸਾ ਜਿਹੜਾ ਕੋਈ ਵਧੀਆ ਪਾਸਾ ਉਸ ਨੂੰ ਕਈ ਵਾਰ ਨਹੀਂ ਗੌਰ ਕਰਦੇ। ਸੋ ਅੱਜ ਦਾ ਜਿਹੜਾ ਇਹ ਸੈਮੀਨਾਰ ਹੈ, ਜਿਹੜਾ ਕਿ ਸਾਡਾ ਇਹ 5ਵਾਂ ਸੈਮੀਨਾਰ ਹੈ। 5ਵਾਂ ਸੈਮੀਨਾਰ ਐਵੇਂ ਹੈ ਕਿ 4 ਸੈਮੀਨਾਰ ਪਿਛਲੇ ਹਫਤੇ 2 ਹਫਤੇ 'ਚ ਅਸੀਂ ਆਲਰੇਡੀ ਕਰ ਚੁੱਕੇ ਆ। ਤੁਹਾਡੇ ਹੀ ਨਜ਼ਦੀਕ ਪਿੰਡਾਂ 'ਚ ਜਿਵੇਂ ਕਿ ਕਾਲਸਨਾ ਕੀਤਾ, ਭੋੜੇ ਕੀਤਾ, ਫਤਿਹਗੜ੍ਹ ਭਾਦਸੋਂ ਕੀਤਾ, ਤੇ ਆ ਥੋੜੇ ਦਿਨ ਪਰਸੋਂ ਚੌਥੇ ਇੱਧਰ ਆਪਣੇ ਗੁਲਵੱਟੀ ਕੀਤਾ ਸੀ। ਤੇ ਅੱਜ ਤੁਹਾਡੇ ਵਿੱਚ ਹਾਜ਼ਰ ਹਾਂ ਅਸੀਂ ਲੱਦਾਹੇੜੀ ਪਿੰਡ 'ਚ। ਤੇ ਮੇਰੇ ਖਿਆਲ 'ਚ ਉਰੇ 2-3 ਪਿੰਡਾਂ ਦੇ ਮੇਰੇ ਖਿਆਲ 'ਚ ਕਿਸਾਨ ਵੀਰ ਇਕੱਠੇ ਹੋਏ ਆ। ਲੱਦਾਹੇੜੀ ਹੋ ਗਿਆ, ਸਕੋਹਾ ਹੋ ਗਿਆ, ਤੇ ਸ਼ਾਇਦ ਸਾਧੋਹੇੜੀ ਤੋਂ 2 ਤੋਂ 3 ਪਿੰਡਾਂ ਦੇ ਆਪਾਂ ਲੋਕ ਉਰੇ ਇਕੱਠੇ ਹੋਏ। ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਆਪਾਂ ਨੂੰ ਸਮਝ ਸਾਰੀ ਹੁੰਦੀ ਹੈ, ਲੇਕਿਨ ਉਹ ਸਮਝ ਤੋਂ ਹੋਣ ਤੋਂ ਬਾਵਜੂਦ ਕਿਤੇ ਨਾ ਕਿਤੇ ਆਪਾਂ ਜੋ ਵਕਤ ਨਾਲ ਕੁਝ ਚੀਜ਼ਾਂ ਬਦਲ ਰਹੀਆਂ ਹੁੰਦੀਆਂ, ਸੁਣਿਆ ਤਾਂ ਹੁੰਦਾ ਲੇਕਿਨ ਜਾਣਕਾਰੀ ਕਿਤੇ ਨਾ ਕਿਤੇ ਅਧੂਰੀ ਹੁੰਦੀ ਹੈ। ਤੇ ਹੁਣ ਆਪਾਂ ਮੁੱਦੇ ਦੀ ਗੱਲ ਸ਼ੁਰੂ ਕਰਦੇ ਹਾਂ, ਕਿਉਂਕਿ ਸਮਾਂ ਕੀਮਤੀ ਹੈ। ਤੇ ਮੇਰੀ ਸਭ ਨੂੰ ਬੇਨਤੀ ਹੈ ਕਿ ਅਗਲਾ ਘੰਟਾ ਤਕਰੀਬਨ ਤੁਸੀਂ ਥੋੜਾ ਜਿਹਾ ਆਪਣੀ ਪੇਸ਼ੈਂਸ ਬਣਾਏ ਰੱਖਿਓ ਤੇ ਬੜੇ ਧਿਆਨ ਨਾਲ ਜਿਹੜੀ ਵੀ ਆਪਾਂ ਗੱਲ ਕਰਾਂਗੇ ਬੜੇ ਧਿਆਨ ਨਾਲ ਸੁਣਿਓ, ਕਿਉਂਕਿ ਐਂਡ 'ਚ ਅੱਜ ਆਉਣ ਦਾ ਮਕਸਦ ਬੜਾ ਕਲੀਅਰ ਕੱਟ ਹੈ ਕਿ ਤੁਸੀਂ ਲੋਕਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਹਾਂ ਕਿ ਜਿਹੜੀਆਂ ਝੋਨਾ ਲਗਾਉਣ ਵਾਲੀਆਂ ਮਸ਼ੀਨਾਂ ਇਹ ਆਪਣੇ ਲਈ ਆਉਣ ਵਾਲੇ ਸਮਾਂ ਜਿਹੜਾ ਹੁਣ ਚੱਲ ਰਿਹਾ ਉਹ ਕਿਵੇਂ ਫਾਇਦੇਮੰਦ ਹੈ, ਕਿਉਂ ਆਪਾਂ ਨੂੰ ਇਸ ਵੱਲ ਵਿਚਾਰ ਕਰਨਾ ਚਾਹੀਦਾ ਹੈ, ਕਿਉਂ ਸੋਚਣਾ ਚਾਹੀਦਾ ਹੈ, ਤੇ ਉਸ 'ਚ ਆਪਣੇ ਕੀ ਫਾਇਦੇ ਹੈ। ਸੋ ਇਸ ਦੇ ਰਿਲੇਟਡ ਆਪਾਂ ਗੱਲਾਂ ਕਰਾਂਗੇ। ਤਾਂ ਆਪਾਂ ਅੱਜ ਗੱਲ ਨੂੰ ਸ਼ੁਰੂ ਕਰਦੇ ਹਾਂ। ਆਪਣੀ ਗੱਲ ਰੱਖਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਡੇ ਵੱਲੋਂ ਚਾਹਾਂਗਾ ਕੁਝ 1-2 ਸਵਾਲ ਪੁੱਛਣੇ, ਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਥੋੜੀ ਜਿਹੀ ਇੱਕ ਤਾਂ ਸੁਸਤੀ ਜੀ ਖਤਮ ਹੋਏਗੀ, ਬੰਦਾ ਚੁਸਤੀ ਆ ਜਾਏਗੀ, ਤੇ ਪੂਰਾ ਆਪਣਾ 1 ਘੰਟਾ ਜਿਹੜਾ ਸੁਣਨ ਦੀ ਹੈ ਉਸ ਨਾਲ ਆਪਾਂ ਹੋਰ ਵਧੀਆ ਤਰੀਕੇ ਨਾਲ ਉਸ ਨੂੰ ਗੱਲਾਂ ਨੂੰ ਸੁਣ। ਉਰੇ ਕਿਹੜਾ ਕਿਸਾਨ ਭਰਾ ਜਿਹੜਾ ਬੈਠਾ ਹੈ ਝੋਨੇ ਵਾਲੀ ਮਸ਼ੀਨ ਬਾਰੇ ਕੋਈ ਜਾਣਕਾਰੀ ਰੱਖਦਾ, ਘੱਟ ਵੱਧ ਸੁਣਿਆ ਹੋਵੇ, ਥੋੜਾ ਬਹੁਤ ਕਿਤੇ ਦੇਖਿਆ ਹੋਵੇ, ਕੋਈ ਜਾਣਕਾਰੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਹੋਵੇ, ਹੱਥ ਖੜਾ ਕਰ ਸਕਦਾ। ਇੱਕ ਸਾਹਿਬ ਜੀ ਨੇ, ਆਪਣਾ ਕੀ ਨਾਮ ਹੈ ਜੀ? ਹਰਮੇਲ ਸਿੰਘ ਜੀ ਨੇ ਹੱਥ ਖੜਾ ਕੀਤਾ ਹੈ। ਹੋਰ ਕੋਈ ਕਿਸਾਨ ਵੀਰ ਜਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ, ਘੱਟ ਹੋਵੇ ਵੱਧ ਹੋਵੇ ਕੋਈ ਜ਼ਰੂਰੀ ਨਹੀਂ, ਥੋੜਾ ਬਹੁਤ ਇੱਕ। ਅੱਛਾ, ਤੁਸੀਂ ਅੱਜ ਹੀ ਦੇਖਿਆ। ਤੁਹਾਡੇ ਚੱਠੇ ਚਲੋ, ਮਤਲਬ ਮੈਂ ਇਹ ਗੱਲ ਸਮਝ ਸਕਦਾ ਕਿ ਬਹੁਤ ਘੱਟ ਅੰਦਾਜ਼ਾ ਹੈ, ਥੋੜਾ ਕਿਤੇ ਨਾ ਕਿਤੇ ਮਤਲਬ ਹੈਗਾ ਇਲਮ, ਬਟ ਬਹੁਤ ਜ਼ਿਆਦਾ ਨਹੀਂ ਹੈ। ਠੀਕ ਹੈ ਨੇ? ਇੱਕ ਕਿਸਾਨ ਵੀਰ ਆਪਣੇ ਚੋਂ ਜਿਨ੍ਹਾਂ ਨੂੰ ਹੈਗਾ ਥੋੜਾ ਜਿਹਾ ਅੰਦਾਜ਼ਾ, ਤੇ ਚੰਗੀ ਗੱਲ ਹੈ। ਦੇਖੋ, ਇਸ ਗੱਲ ਤੋਂ ਹੀ ਮੈਂ ਸ਼ੁਰੂ ਕਰਦਾ ਕਿ ਜਿਹੜੀ ਆਪਣੀ ਜਾਣਕਾਰੀ ਅੱਜ ਦੇ ਯੁੱਗ 'ਚ, ਜਿਹੜਾ ਕਿ ਜਿਸ ਨੂੰ ਅਸੀਂ ਮਸ਼ੀਨੀਕਰਨ ਦਾ ਯੁੱਗ ਕਹਿੰਦੇ ਹਾਂ,
ਕਿ ਇਹ ਮਸ਼ੀਨਾਂ 10-12 ਸਾਲ ਤੋਂ ਹਿੰਦੁਸਤਾਨ 'ਚ ਤਾਂ ਮੈਂ ਹੀ ਵੇਚ ਰਿਹਾ, ਔਰ ਸਭ ਤੋਂ ਪਹਿਲਾਂ ਉੱਤਰ ਭਾਰਤ 'ਚ ਮੈਂ ਇਸ ਨੂੰ ਲੈ ਕੇ ਆਇਆ ਸੀ ਸਨ 2009 'ਚ। 2010 'ਚ ਅਸੀਂ ਸਭ ਤੋਂ ਪਹਿਲੀਆਂ ਇਹ ਮਸ਼ੀਨਾਂ ਵੇਚਣੀਆਂ ਸ਼ੁਰੂ ਕੀਤੀਆਂ ਸੀ। ਉਹ ਟਾਈਮ ਤੇ ਅੱਜ ਦਾ ਟਾਈਮ 11-12 ਸਾਲ ਦਾ ਸਫ਼ਰ ਹੋ ਚੁੱਕਿਆ। ਲੇਕਿਨ ਜਿਹੜੀ ਮੈਂ ਗੱਲ ਸਭ ਤੋਂ ਪਹਿਲਾਂ ਸ਼ੁਰੂਆਤੀ ਦੌਰ ਤੇ ਕੀਤੀ ਸੀ ਕਿ ਆਪਾਂ ਸਮਝ ਤਾਂ ਬਹੁਤ ਰੱਖਦੇ ਹਾਂ, ਸਭ ਕੁਝ ਸੁਣਿਆ ਹੁੰਦਾ ਹੈ, ਬਟ ਉਰੇ ਤਾਂ ਆਪਾਂ ਸੁਣਿਆ ਵੀ ਨਹੀਂ ਹੋਇਆ, ਦੇਖਿਆ ਵੀ ਨਹੀਂ ਹੋਇਆ। ਅਗਰ ਸੁਣਿਆ ਵੀ ਹੋਇਆ ਤਾਂ ਬਹੁਤ ਨਾ ਬਰਾਬਰ ਹੈ। ਨਾ ਮੇਰੇ ਖਿਆਲ ਚ ਅੱਜ ਤੱਕ ਆਪਾਂ ਨੇ ਕੋਈ ਇਸ ਬਾਰੇ ਕੋਈ ਦਿਲਚਸਪੀ ਦਿਖਾਈ। ਸੋ ਇਹ ਗੱਲ ਚੰਗੀ ਗਈ ਹੈ ਕਿ ਮਾੜੀ ਗਈ ਹੈ? ਮੇਰੇ ਖਿਆਲ ਚ ਕੁਛ ਹੱਦ ਤੱਕ ਚੰਗੀ ਨਹੀਂ ਹੈਗੀ, ਮਾੜੀ ਵੀ ਨਹੀਂ ਹੈ ਤਾਂ ਚੰਗੀ ਵੀ ਨਹੀਂ ਹੈਗੀ। ਕਿਉਂਕਿ ਦੇਖੋ, ਬੰਦਾ ਅੱਜ ਜਿਹੜੇ ਆਪਾਂ ਦੌਰ 'ਚ ਨਿਕਲ ਰਹੇ ਹਾਂ, ਇੱਕ ਕਲਯੁਗ ਦਾ ਦੌਰ ਹੈ, ਮਹਿੰਗਾਈ ਵਧੀ ਜਾਂਦੀ ਹੈ, ਹਰ ਚੀਜ਼ ਦੀ ਪਰੇਸ਼ਾਨੀਆਂ, ਦਿੱਕਤਾਂ, ਔਰ ਖਾਸ ਕਰ ਜਿਹੜੀ ਕਿਸਾਨੀ ਹੈ ਉਹ ਜੱਦੋ ਜਹਿਦ ਹੈ ਕਿਤੇ ਨਾ ਕਿਤੇ। ਮੇਰੀ ਆਪਣੀ, ਕਿਉਂਕਿ ਮੈਂ 25 ਸਾਲ ਹੋ ਗਏ ਇਸੀ ਲਾਈਨ ਨਾਲ ਜੁੜਿਆ ਹੋਇਆ, ਤੇ ਤੁਹਾਡੇ ਲੋਕਾਂ 'ਚ ਜਦ ਅਸੀਂ ਵਿਚਰਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿਤੇ ਨਾ ਕਿਤੇ ਜਿਹੜਾ ਆਪਣਾ ਸੰਘਰਸ਼ ਹੈ ਉਹ ਤਾਂ ਜ਼ਿੰਦਗੀ ਚੱਲਦਾ ਰਹਿੰਦਾ ਹੈ। ਇਸ ਕਰਕੇ ਕੁਝ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਹੈ, ਤਹਿ ਤੱਕ ਜਾਣਾ ਬਹੁਤ ਜ਼ਰੂਰੀ ਹੈ। ਸੈਮੀਨਾਰ ਬਹੁਤ ਹੁੰਦੇ ਆ, ਬਹੁਤ ਪ੍ਰੋਫੈਸਰ ਆਉਂਦੇ ਆ, ਬਹੁਤ ਗੱਲਾਂ ਹੁੰਦੀਆਂ। ਮੈਂ ਕੋਈ ਪ੍ਰੋਫੈਸਰ ਨਹੀਂ ਹੈਗਾ, ਮੈਂ ਇੱਕ ਸਿੰਪਲ ਸਧਾਰਨ ਵਪਾਰੀ ਹਾਂ, ਜਿਹੜਾ ਕਿ ਮੈਂ ਸਮਝਦਾ ਔਰ ਇੱਕ ਬੀੜਾ ਚੱਕਿਆ ਕਿ ਜਿਹੜੀਆਂ ਇਹ ਵਾਲੀਆਂ ਮਸ਼ੀਨਾਂ, ਕਿਉਂਕਿ ਮੈਂ ਤਾਂ ਇਸ ਦੇ ਫਾਇਦੇ ਸਮਝ ਚੁੱਕਿਆ। ਹੁਣ ਮੈਂ ਚਾਹੁੰਦਾ ਹੈ ਕਿ ਅਸੀਂ ਜਿਹੜੇ ਇਹ ਸੈਮੀਨਾਰ ਹਰ ਪਿੰਡ 'ਚ ਲਗਾ ਰਹੇ ਹਾਂ ਜਾਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਵਿੱਚ ਵਿਚਰੀਏ, ਕਿਸਾਨਾਂ ਵਿੱਚ ਵਿਚਰੀਏ, ਮਕਸਦ ਬੜਾ ਕਲੀਅਰ ਹੈ ਕਿ ਤੁਹਾਨੂੰ ਤੋਰਨਾ ਚਾਹੁੰਦੇ ਆ ਇਸ ਪਾਸੇ। ਉਹ ਕਿਉਂ ਤੋਰਨਾ ਚਾਹੁੰਦੇ ਆ? ਕਿਉਂਕਿ ਇਹ ਤੁਹਾਡੇ ਲਈ ਫਾਇਦਾ ਹੀ ਫਾਇਦਾ ਹੈ। ਉਹ ਕਿਵੇਂ ਹੈ? ਕੁਝ ਸਵਾਲ ਮੈਂ ਤੁਹਾਡੇ ਤੋਂ ਫੇਰ ਇਸ ਬਾਰੇ ਪੁੱਛਾਂਗਾ। ਆਪਣੇ ਵਿੱਚ 2-3 ਸਵਾਲ ਹੁਣ ਮੈਂ ਲਗਾਤਾਰ ਕਰਾਂਗਾ, ਜਰਾ ਤੇਜ਼ੀ ਨਾਲ ਜਵਾਬ ਦਿਓ ਔਰ ਹੱਥ ਖੜਾ ਕਰ ਦਿਓ। ਜਿਹੜੀ ਆਪਾਂ ਝੋਨਾ, ਮੇਰੇ ਖਿਆਲ ਹਰ ਕਿਸਾਨ ਲਗਾਉਂਦਾ ਉਰੇ, ਕੋਈ ਐਸਾ ਬੰਦਾ ਜਿਹੜਾ ਝੋਨਾ ਨਾ ਲਗਾਉਂਦਾ ਹੋਵੇ? ਸਾਰੇ ਲਗਾਉਂਦੇ ਆ। ਆਪਣੀਆਂ 2 ਫਸਲਾਂ ਮੇਨ, ਕਣਕ ਤੇ ਜੀਰੀ, ਠੀਕ ਹੈ ਜੀ। ਕਣਕ 'ਚ ਆਪਾਂ ਜਹਾਂ ਤੱਕ ਮੈਂ ਸਮਝਦਾ ਕਿ ਔਣੇ ਪੌਣੇ ਜੇ ਹੋ ਜੰਨੇ ਆ, ਚਲੋ ਜੈਸਾ, ਕਿਉਂਕਿ 20 ਕੁਇੰਟਲ 22 ਕੁਇੰਟਲ ਜ਼ੋਰ ਮਾਰ ਕੇ ਝਾੜ ਨਿਕਲਦਾ, ਜੋ ਰੇਟ ਹੈ ਉਸ ਦੇ ਹਿਸਾਬ ਨਾਲ ਆਪਣਾ ਖਰਚੇ ਖੁਰਚੇ ਪੂਰੇ ਹੋ ਗਏ, ਕੋਈ ਬਹੁਤ ਜ਼ਿਆਦਾ ਬਚਤ ਨਹੀਂ ਰਹਿੰਦੀ। ਲੇਕਿਨ ਜੀਰੀ ਦਾ ਕੰਮ ਐਸਾ ਹੈ ਜਿਸ 'ਚ ਕਿ ਹਰ ਕਿਸਾਨ ਨੂੰ ਉਮੀਦ ਹੁੰਦੀ ਹੈ ਕਿ ਜਿਹੜਾ ਸਾਲ ਦਾ ਜਿੰਨਾ ਵੀ ਘੱਲੂ ਘਰ ਹੈ, ਮਤਲਬ ਖਰਚੇ ਹੈ ਹੋਰ ਹੈ, ਉਹ ਕਿਤੇ ਨਾ ਕਿਤੇ ਜੀਰੀ 'ਚ ਉਮੀਦ ਹੁੰਦੀ ਹੈ ਹਰ ਬੰਦੇ ਨੂੰ। ਬਿਲਕੁਲ ਹੈ ਜੀ, ਸਹੀ ਹੈ ਗਲਤ ਹੈ? ਠੀਕ ਹੈ ਨਹੀਂ, ਥੋੜਾ ਜਿਹਾ ਉੱਚੀ ਬੋਲੋਗੇ ਤਾਂ ਹੋਰ ਮਜ਼ਾ ਆਏਗਾ। ਹਾਂਜੀ। ਤੇ ਹੁਣ ਗੱਲ ਆ ਜਾਂਦੀ ਹੈ ਜੀਰੀ ਜਿਹੜਾ ਕੰਮ ਅੱਜ ਦੀ ਘੜੀ ਹੈ, ਠੀਕ ਹੈ ਨਾ। ਬਹੁਤ ਗੱਲਾਂ ਹੁੰਦੀਆਂ ਬਾਜ਼ਾਰ 'ਚ ਜਦ ਜੀਰੀ, ਹੁਣ ਜਿਵੇਂ ਕਣਕ ਦੀ ਬਿਜਾਈ ਹੋ ਰਹੀ ਹੈ, ਕਣਕ ਦੀ ਵਾਢੀ ਪੈਣੀ ਹੈ, ਠੀਕ ਹੈ ਨਾ ਜੀ। ਤੇ ਜਿਵੇਂ ਹੀ ਮਾਹੌਲ ਬਣਦਾ ਜੀਰੀ ਦਾ, ਕਿਤੇ ਨਾ ਕਿਤੇ ਦਿਮਾਗ ਨੂੰ ਬੁਖਾਰ ਚੜਨਾ ਸ਼ੁਰੂ ਹੋ ਜਾਂਦਾ ਸਾਰੇ ਲੋਕਾਂ ਦੇ। ਹਾਂਜੀ ਹਾਂਜੀ, ਲੇਬਰ ਕੰਨਿਓ ਹੋ ਜਾਂਦਾ। ਹੋਰ ਕੋਈ ਗੱਲਬਾਤ? ਕਿਸ? ਹਾਂਜੀ, ਮਸ਼ੀਨਾਂ ਦੀ ਵੀ ਘਾਟ ਹੈ ਜੀ, ਮਸ਼ੀਨਾਂ ਦੀ ਵੀ ਘਾਟ ਹੈ। ਹੋਰ ਕੋਈ ਕਿਸਾਨ ਭਰਾ? ਚਲੋ ਦੇਖੋ, ਮੁੱਦੇ ਮੈਂ ਨਹੀਂ ਕਹਿੰਦਾ ਕੱਲੀ ਲੇਬਰ ਦਾ ਹੁੰਦਾ ਜਾਂ ਮਸ਼ੀਨ ਨਹੀਂ ਮਿਲਦੀ ਜਾਂ ਹੋਰ, ਮੇਰੇ ਹਿਸਾਬ ਨਾਲ ਮੁੱਦੇ ਹੀ ਮੁੱਦੇ ਹੋ ਜਾਂਦੇ ਆ। ਕਾਰਨ ਜਿਹੜਾ ਝੋਨਾ ਲਗਾਉਣ ਦਾ ਕੰਮ ਹੈ, ਸਭ ਤੋਂ ਇਹ ਔਖਾ ਟਾਈਮ ਹੁੰਦਾ ਸਾਲ ਦਾ ਕਿਸਾਨ ਦਾ। ਠੀਕ ਹੈ ਜੀ। ਵੱਢਣੀ ਸੌਖੀ ਹੈ, ਕੰਬਾਈਨਾਂ ਆਉਂਦੀਆਂ ਵੱਢ ਦਿੰਦੀਆਂ, ਠੀਕ ਹੈ ਨਾ ਜੀ। ਕਣਕ ਵੀ ਬਿਜਾਈ ਹੁੰਦੀ ਹੈ, ਕੱਟ ਦਿੰਦੇ ਆ, ਗੱਲ ਵਿਹਲੇ ਹੋ ਜਾਂਦੇ ਆ। ਲੇਕਿਨ ਜੀਰੀ ਦੀ ਲਗਵਾਈ ਇੱਕ ਐਸਾ ਕੰਮ ਹੈ ਜਿਸ 'ਚ ਸਭ ਦੀ ਕਿਤੇ ਨਾ ਕਿਤੇ ਕੀ ਹੁੰਦੀ ਹੈ, ਬਹੁਤ ਜ਼ਿਆਦਾ ਫਜੀਹਤ ਹੁੰਦੀ ਹੈ, ਪਰੇਸ਼ਾਨੀ ਹੁੰਦੀ ਹੈ। ਦਿਮਾਗੀ ਤੌਰ ਤੇ ਆਪਾਂ ਉਸ ਟਾਈਮ ਬੜਾ ਵਜਨ ਪੈ ਜਾਂਦਾ ਦਿਮਾਗ ਤੇ ਕਿ ਜੀਰੀ ਲੱਗ ਜੇ ਬਸ। ਕਿਉਂ ਜੀ, ਐਵੇਂ ਹੁੰਦਾ? ਠੀਕ ਹੈ। ਉਹ ਕਿਉਂ ਹੁੰਦਾ? ਕਦੀ ਸੋਚਿਆ ਆਪਾਂ ਨੇ ਐਸਾ ਕਿਉਂ ਮਹਿਸੂਸ ਹੁੰਦਾ? ਲੇਬਰ ਕਰਕੇ ਹੁੰਦਾ ਜੀ, ਜਾਂ ਮਸ਼ੀਨ ਕਰਕੇ ਹੁੰਦਾ? ਹਾਂ, ਦੇਖੋ ਸਭ ਤੋਂ ਪਹਿਲੀ ਗੱਲ, ਜਿਵੇਂ ਕਿ ਸਰਾਰ ਜੀ ਨੇ ਕਿਹਾ, ਜੀਰੀ ਕਿਸ ਨੇ ਲਗਾਣੀ ਹੈ? ਲੇਬਰ ਨੇ। ਆਪਣੀ ਜਿਹੜੀ ਡਿਪੈਂਡੈਂਸੀ ਹੈ, ਜਿਹੜਾ ਆਪਣਾ
ਮਤਲਬ ਜਿੰਨਾ ਵੀ ਸਾਰਾ ਉਸ ਟਾਈਮ ਸੋਚ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਲੇਬਰ ਮਿਲ ਜੇ। ਹੁਣ ਕਾਫੀ ਸਾਲਾਂ ਤੋਂ ਇਹੀ ਹਾਲਾਤ ਹੈ। ਕਿਆ ਲੇਬਰ ਸਭ ਨੂੰ ਮਿਲ ਜਾਂਦੀ ਹੈ ਟਾਈਮ ਸਿਰ? ਠੀਕ ਹੈ ਜੀ। ਇਹ ਹਰ ਸਾਲ ਦਰ ਸਾਲ ਸਿਚੁਏਸ਼ਨ ਅਲੱਗ ਤਰ੍ਹਾਂ ਦੀ ਰਹਿੰਦੀ ਹੈ। ਜਿਵੇਂ ਕਿ ਮੈਨੂੰ ਹੁਣ ਯਾਦ ਹੈ, ਆ ਤੋਂ 2020 ਜਦ ਇਹ ਲਾਕਡਾਊਨ ਲੱਗ ਗਿਆ, ਕਰੋਨਾ ਆਇਆ, ਕਿਆ ਹਾਲਾਤ ਹੋਏ ਸੀ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਬਈ ਹੁਣ ਕੀ ਹੋਏਗਾ। ਇਹ ਤਾਂ ਚਲੋ ਅਸੀਂ ਮਸ਼ੀਨਾਂ ਵੀ ਵੇਚੀਆਂ, ਅਸੀਂ ਪੂਰੀਆਂ ਨਹੀਂ ਕਰ ਪਾਏ, ਲੋਕਾਂ ਨੇ ਫਿਰ ਵੀ ਕਿਤੇ ਨਾ ਕਿਤੇ ਇੱਕ ਆਸ ਨਾਲ ਚੱਲੀ ਗਏ, ਕੋਈ ਲੇਬਰ ਮਿਲ ਗਈ, ਕਰ ਗਿਆ, ਔਖੇ ਸੌਖੇ ਬਸ ਰੱਬ ਨੂੰ ਅਰਦਾਸ ਕੀਤੀ ਕਿ ਵੀ ਕੰਮ ਲੱਗ ਜੇ ਨੇੜੇ। ਠੀਕ ਹੈ ਜੀ। ਲੇਕਿਨ ਆਪਾਂ ਫੇਰ ਭੁੱਲ ਗਏ। ਕਿ ਆਪਾਂ ਉਸ ਗੱਲ ਨੂੰ ਯਾਦ ਰੱਖਿਆ ਜਾਂ ਦਿਮਾਗ 'ਚ ਰੱਖਿਆ ਕਿ ਚੱਲ ਇਸ ਸਾਲ ਦਾ ਰੱਬ ਨੇ ਸਾਡੀ ਸੁਣ ਲਈ, ਹਰ ਸਾਲ ਨਹੀਂ ਸੁਣੇਗਾ। ਇਹ ਸੋਚਿਆ ਮੁੜ ਕੇ ਆਪਾਂ? ਹੁਣ ਐ ਵੀ ਨਹੀਂ ਸੋਚਿਆ ਵੀ ਮੁੜ ਕੇ ਲਾਕਡਾਊਨ ਵੀ ਨਹੀਂ ਲੱਗਦਾ ਹੈਗਾ। ਲਾਕਡਾਊਨ ਕਰਕੇ ਦਿੱਕਤ ਆਈ, ਕੰਪਨੀਆਂ ਨੇ ਵੀ ਪੈਸਾ ਵਧੀਆ ਬਣਾਇਆ। ਹਾਂਜੀ ਹਾਂ, ਮਸ਼ੀਨ ਤੇ ਵੀ ਰੇਟ ਵੱਧ ਲੈਂਦੇ ਨੇ। ਬਿਲਕੁਲ। ਜਿਹੜੀ ਜੀਰੀ ਦਾ ਕੰਮ ਸੀ, ਇਹ ਹੁਣ ਦਿਨੋ ਦਿਨ ਇੱਕ ਬੜੀ, ਜਿਵੇਂ ਮੈਂ ਕਿਹਾ, ਦਿੱਕਤ ਵਾਲੇ ਕੰਮ ਹੋ ਗਏ। ਉਸ 'ਚ ਕਾਰਨ ਮੇਨ ਹੈਗਾ ਕਿ ਲੇਬਰ ਦੀ ਕਿੱਲਤ। ਲੇਬਰ ਦੀ ਕਿੱਲਤ ਕਿਉਂ ਹੈ ਇਹ ਤੁਸੀਂ ਵਾਕਫ ਹੋ, ਕਿਉਂਕਿ ਲੇਬਰ ਆਪਣੀ ਲੋਕਲ ਘੱਟ ਹੈ, ਆਂਦੀ ਬਾਹਰ ਤੋਂ ਹੈ, ਔਰ ਬਾਹਰ ਵਾਲੀ ਲੇਬਰ ਨੂੰ ਕਿਤੇ ਨਾ ਕਿਤੇ ਕੰਮ ਮਿਲਣਾ ਸ਼ੁਰੂ ਹੋ ਗਿਆ ਬਾਹਰ ਹੀ। ਔਰ ਜਿਹੜੀ ਨਵੀਂ ਪਨੀਰੀ ਹੈ, ਜਿਹੜੇ ਬਜ਼ੁਰਗ ਆਂਦੇ ਸੀ ਉਹਨਾਂ ਦੇ ਮੁੰਡੇ ਹੁਣ ਜੀਰੀ ਲਗਾਉਣ ਨਹੀਂ ਆਂਦੇ, ਉਹਨਾਂ ਨੂੰ ਉੱਥੇ ਹੀ ਕਿਤੇ ਨਾ ਕਿਤੇ ਫੈਕਟਰੀ 'ਚ ਨੌਕਰੀ ਮਿਲ ਗਈ, ਕੋਈ ਕਿਸੇ ਨੂੰ ਪੜ੍ਹ ਲਿਖ ਗਿਆ, ਕੋਈ ਕੁਛ ਹੈ ਕੋਈ ਕੁਛ ਹੈ। ਹਰ ਬੰਦਾ ਆਪਣਾ ਆਪਣਾ ਉੱਥੇ ਹੀ ਸਾਧਨ ਬਣੀ ਜਾਂਦਾ ਹੈ। ਉਰੇ 400-500 ਰੁਪਏ ਦਿਹਾੜੀ ਲਈ ਅਗਲਾ ਕਿਉਂ ਆਏਗਾ। ਠੀਕ ਹੈ ਜੀ। ਲੇਬਰ ਦੀ ਕਿੱਲਤ ਇੱਕ ਬਹੁਤ ਬੜੀ ਚੀਜ਼ ਹੈ, ਜਿਹੜਾ ਕਿ ਤੁਸੀਂ ਸਾਰੇ ਸਮਝਦੇ ਹੋ। ਸਹਿਮਤ ਹੋ ਸਾਰੇ ਮੇਰੀ ਗੱਲ ਨਾਲ? ਠੀਕ। ਦੂਜੀ ਚੀਜ਼, ਚਲੋ ਆਪਾਂ ਗੱਲ ਨੂੰ ਮੈਂ ਤੁਹਾਡੀ ਬੜੀ ਕਰਦਾ ਕਿ ਆਪਾਂ ਜੀਰੀ ਲੱਗਦੀ ਹੈ ਭੁੱਲ ਜਾਂਦੇ ਆ, ਫਿਰ ਇੱਕ ਆਸ ਤੇ ਰਹਿੰਦੇ ਆ ਕਿ ਕੋਈ ਨਹੀਂ ਅਗਲੇ ਸਾਲ ਫੇਰ ਆ ਜਾਏਗੀ। ਇਹੀ ਆਸ ਤੇ ਆਪਾਂ ਫੇਰ ਚੱਲ ਪੈਂਦੇ ਆ। ਇਹ ਕਦ ਤੱਕ ਚੱਲੇਗਾ? ਕਿਆ ਇੱਕ ਟਾਈਮ ਨਜ਼ਰ ਆਉਂਦਾ ਜਿੱਥੇ ਕਿ ਲੇਬਰ ਆਪਾਂ ਨੂੰ ਲੱਗਦਾ ਕਿ ਬਈ ਆਪਣੇ ਅਖਤਿਆਰ 'ਚ ਨਹੀਂ ਰਹਿਣੀ? ਐਸਾ ਟਾਈਮ ਨਜ਼ਰ ਆ ਰਿਹਾ ਦੂਰ ਥੋੜਾ ਜਿਹਾ? ਪਾਣੀ ਵੀ ਹੇਠ ਜਾ ਰਹੇ ਨੇ, ਹਾਂਜੀ ਲੇਬਰ ਵੀ ਦਿੱਕਤ ਹੈ, ਹਾਂਜੀ ਸਰਕਾਰਾਂ ਮੋਟਰਾਂ ਕਨੈਕਸ਼ਨ ਵੀ ਬਿਲਕੁਲ ਹਾਂ ਤੇ ਕਈ ਤਰ੍ਹਾਂ ਜੁੜੀਆਂ ਹੋਈਆਂ, ਬਹੁਤ ਦਿੱਕਤ ਹੈ। ਸੋ ਅਗਰ ਆਪਾਂ ਲੇਬਰ ਦੀ ਗੱਲ ਜੋ ਆਪਾਂ ਕਰ ਰਹੇ ਹਾਂ ਕਿ ਲੇਬਰ ਆਪਣੇ ਅਖਤਿਆਰ 'ਚ ਨਹੀਂ ਹੈ, ਪੜੋਸੀ ਦੇ ਅਖਤਿਆਰ 'ਚ ਨਹੀਂ ਹੈ, ਤਾਂ ਫਿਰ ਇੱਕ ਆਪਾਂ ਬਿਹਾਰ ਦੇ ਬਾਰੇ ਸੋਚਦੇ ਹਾਂ। ਚਲੋ ਆਪਾਂ ਕਹਿੰਦੇ ਆ ਭੁੱਲ ਜੋ, ਹਲੇ ਕੋਈ ਨਹੀਂ, ਆਈ ਜਾਂਦੀ ਹੈ ਜਾਈ ਜਾਂਦੀ ਹੈ, ਆਪਣਾ ਜਦ ਤੱਕ ਕੰਮ ਚੱਲਦਾ ਆਪਾਂ ਚਲਾਈ ਜਾਂਦੇ ਹਾਂ। ਆਪਾਂ ਦੂਜੀ ਗੱਲ ਤੇ ਆ ਜਾਂਦੇ ਹਾਂ, ਕਿਆ ਜਿਹੜੀ ਲੇਬਰ ਦੀ ਲਗਵਾਈ ਦਾ ਰੇਟ ਹੈ ਉਹ ਆਪਣੇ ਕਿਹੜੇ ਕਿਹੜੇ ਕਿਸਾਨ ਵੀਰ ਨੂੰ ਸਮਝ ਆਉਂਦਾ? ਜਰਾ ਹੱਥ ਖੜਾ ਕਰਦੇ ਕੋਈ। ਨਹੀਂ, ਰੇਟ ਜਿਹੜੀ ਲਗਵਾਈ ਦਾ ਤੁਸੀਂ ਦਿੰਦੇ ਹੋ ਉਸ ਤੋਂ ਖੁਸ਼ ਹੋ? ਮਜਬੂਰੀ ਜਾਨੀ ਪੈਂਦੀ ਹੈ। ਹਾਂ, ਮੈਂ ਉਹੀ ਪੁੱਛ ਰਿਹਾ ਕਿ ਉਹ ਆਪਣੀ ਮਜਬੂਰੀ ਬਣ ਚੁੱਕੀ ਹੈ। ਉਰੇ ਕਿਆ ਰੇਟ ਦਿੱਤਾ ਜੀ ਆਪਾਂ ਇਸ ਸੀਜ਼ਨ ਜਾਂ ਪਿਛਲੇ ਸੀਜ਼ਨ? 4000 ਰੁਪਏ ਦਾ। ਮੈਂ ਸਭ ਦਾ ਮੰਨ ਲਾ ਗੱਲ। ਹੁਣ 4000 ਰੁਪਏ ਅਗਰ ਕਿੱਲੇ ਦਾ ਰੇਟ ਤੁਸੀਂ ਦੇ ਰਹੇ ਹੋ ਤਾਂ ਕਿਆ ਸਮਝ ਆਉਂਦਾ ਇਸ ਗੱਲ ਨਾਲ? ਬਹੁਤ ਮਹਿੰਗਾ ਕੰਮ ਹੈ, ਬਹੁਤ ਮਹਿੰਗਾ ਕੰਮ ਹੈ। ਕਿਉਂਕਿ ਉਸ ਬਾਰੇ ਮੈਂ ਅੱਗੇ ਵੀ ਗੱਲ ਕਰਾਂਗਾ ਕਿਉਂ ਮਹਿੰਗਾ ਹੈ। ਹਲੇ ਤਾਂ ਮੈਂ 4000 ਤੁਹਾਡੀ ਗੱਲ ਨੂੰ ਮੈਂ ਮੰਨ ਕੇ ਚੱਲ ਰਿਹਾ। ਦੂਜੀ ਗੱਲ। ਤੀਜੀ ਗੱਲ, ਕਿੱਲਤ ਹੋ ਗਈ, ਮਹਿੰਗੀ ਹੋ ਗਈ। ਠੀਕ ਹੈ ਜੀ। ਲੇਬਰ ਨਾਲ ਜੁੜੀਆਂ ਪਰੇਸ਼ਾਨੀਆਂ ਹੀ ਆਪਾਂ ਪਤਾ ਸਭ ਨੂੰ ਹੈ, ਮੈਂ ਸਿਰਫ ਇੱਕ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇਸ ਤੇ ਮੰਥਨ ਕਰੋ। ਤੀਜੀ ਚੀਜ਼, ਆਪਾਂ ਨੇ ਪੈਸੇ ਵੀ ਪੂਰੇ ਦੇਤੇ। ਕਿਆ ਜਿਹੜੀ ਲੇਬਰ ਦੀ ਲਗਵਾਈ ਹੈ, ਜੋ ਵੀ ਜਿਸ ਤਰੀਕੇ ਨਾਲ ਉਹ ਜੀਰੀ ਲਗਾ ਕੇ ਜਾਂਦੀ ਹੈ, ਆਪਾਂ ਸੰਤੁਸ਼ਟ ਹੈ ਉਸ ਤੋਂ? ਨਹੀਂ ਸੰਤੁਸ਼ਟ ਹੈਗੇ। ਕਿਉਂ ਸੰਤੁਸ਼ਟ ਨਹੀਂ ਹੈਗੇ? ਲਵਾਈ ਸਹੀ ਤਰ੍ਹਾਂ ਨਹੀਂ ਲੱਗਦੀ ਜੀ। ਇਹਦਾ ਇੱਕ ਕਾਰਨ ਹੋ ਗਿਆ, ਹੋਰ ਕੋਈ ਕਾਰਨ? ਇੱਕ ਤਾਂ ਹੋ ਗਿਆ ਕਿ ਬਈ ਪਾੜੇ ਬਹੁਤ ਛੱਡ ਜਾਂਦੀ ਹੈ, ਦੂਰ ਦੂਰ ਲਗਾਉਂਦੀ ਹੈ, ਸੰਘਣੀ ਨਹੀਂ ਲਗਾਉਂਦੀ, ਛਿੱਦੀ ਲਗਾਉਂਦੀ ਹੈ। ਇਹ ਹਾਂ, ਇਹ ਸਰਦਾਰ ਜੀ ਨੇ ਬਿਲਕੁਲ ਪਤੇ ਦੀ ਜਿਹੜੀ ਕਿ ਮੈਂ ਕਹਿਣਾ ਚਾਹੁੰਦਾ ਸੀ, ਇਹਨਾਂ ਨੇ ਹੁਣ ਗੱਲ ਕੀਤੀ ਹੈ। ਕਿਆ ਉਰੇ ਇੱਕੋ ਹੀ ਬੀਜ ਲੱਗਦਾ ਸਾਰੇ ਪਿੰਡ 'ਚ? ਅਲੱਗ ਅਲੱਗ ਤਰ੍ਹਾਂ ਦੇ ਬੀਜ ਲੱਗਦੇ ਆ। ਉਹ ਚਾਹੇ PR ਹੈ, ਚਾਹੇ ਪੂਸਾ ਹੈ, ਚਾਹੇ ਬਾਸਮਤੀ ਹੈ। ਹਾਂ,
क्या हर बीज के मुताबिक लेबर उस टाइम ते मिल जाती है? मान लो सरकार या अपनी यूनिवर्सिटी कहती है कि भाई ये फलाना बीज 25 जून ਨੂੰ लगाना है, अपनी बिजाई तो होगी 10 जून तो शुरू, 15 दिन क्या तुसी रुकदे हो उस बीज ਨੂੰ लगान वास्ते? क्यों नहीं रुक सकते? नहीं, क्यों नहीं रुक सकते? क्योंकि ਆਪਾਂ ਨੂੰ पता है ਅੱਜ 4 दिन ਜਿਹੜੀ ਲੇਬਰ ਹੈਗੀ ਉਹ 4 दिन ही है, ਉਹ ਚਾਹੇ ਪੂਸਾ ਲਗਾਣਾ ਹੈ, ਚਾਹੇ ਪੀਆਰ ਲਗਾਣਾ ਹੈ, ਚਾਹੇ ਜੋ ਲਗਾਣਾ ਲਗਾ ਕੇ ਆਪਾਂ ਵਿਹਲੇ ਹੋ ਜਾਈਏ, ਬਾਅਦ ਚੋਂ ਪਤਾ ਨਹੀਂ ਮਿਲਣੀ ਹੈ ਨਹੀਂ ਮਿਲਣੀ ਹੈ, ਕਿਹੜੇ ਭਾਅ ਮਿਲਣੀ ਹੈ। ਮਤਲਬ ਗੱਲ ਕੀ ਸਮਝ ਆਉਂਦੀ ਹੈ ਜਿਹੜੀਆਂ ਵੀ ਮੈਂ ਗੱਲਾਂ ਕਰ ਰਿਹਾ ਕਿ ਤੁਸੀਂ ਲੇਬਰ ਦੀ ਅਵੇਲੇਬਿਲਟੀ ਤੋਂ ਪਰੇਸ਼ਾਨ ਹੋ, ਮਤਲਬ ਮੌਕੇ ਤੇ ਲੇਬਰ ਦੀ ਕਿੱਲਤ ਹੈ, ਲੇਬਰ ਦਾ ਰੇਟ ਜ਼ਿਆਦਾ ਹੈ, ਦੋ ਮੇਨ ਗੱਲਾਂ। ਤੀਜੀ ਮੈਂ ਕਹਿੰਦਾ ਚਲੋ ਬੰਦਾ ਕਹਿੰਦਾ ਸਭ ਕੁਝ ਭੁੱਲ ਗਿਆ ਯਾਰ, ਪੈਸੇ ਵੀ ਦੇਤੇ, ਫਿਰ ਲਗਵਾਈ ਵੀ ਆਪਣੇ ਹਿਸਾਬ ਨਾਲ ਨਹੀਂ ਹੈ, ਐਂਡ 'ਚ ਨੁਕਸਾਨ ਕੀ ਹੋ ਰਿਹਾ? ਝਾੜ ਨਹੀਂ ਵੱਧਦਾ, ਜੋ ਆ ਗਿਆ ਆਪਾਂ ਫਿਰ ਮਨ ਨੂੰ ਸਮਝਾ ਲੈਂਦੇ ਆ ਚੱਲ ਯਾਰ ਠੀਕ ਹੈ। ਇਹੀ ਹੋ ਰਿਹਾ ਅੱਜ ਤੱਕ। ਆਪਾਂ ਇਸ ਚੋਂ ਨਿਕਲਣਾ ਚਾਹੁੰਦੇ ਆ, ਕੋਈ ਹੈ ਸੋਚ ਆਪਣੀ ਨਿਕਲਣ ਦੀ? ਇਸ ਦਲਦਲ ਚੋਂ ਨਿਕਲਣ ਦੀ ਕੋਈ ਸੋਚ ਹੈਗੀ? ਆਪਾਂ ਸੋਚ ਸਕਦੇ ਆ ਨਿਕਲਣ ਬਾਰੇ? ਜੇ ਚੰਗਾ ਮਿਲ ਜੇ, ਫਾਇਦਾ ਹੋ ਜੇ, ਮਹਿੰਗਾ ਨਾ ਪੈਂਦਾ ਹੋਵੇ। ਹਾਂ ਬਿਲਕੁਲ ਬਿਲਕੁਲ। ਹੁਣ ਮੈਂ ਆਪਣੀ ਇਸ ਗੱਲ ਨੂੰ ਖਤਮ ਕਰਦੇ ਹੋਏ ਕਿ ਇਹ ਤਾਂ ਸਭ ਦੇ ਸਮਝ ਆਉਂਦਾ ਹੈ ਕਿ ਜੋ ਅੱਜ ਦੀ ਡੇਟ 'ਚ ਆਪਾਂ ਬਿਜਾਈ ਦਾ ਕੰਮ ਲੈ ਰਹੇ ਹਾਂ ਲੇਬਰ ਤੋਂ, ਉਸ ਤੋਂ ਆਪਾਂ ਸੰਤੁਸ਼ਟ ਨਹੀਂ ਹੈ, ਉਹ ਚਾਹੇ ਜੋ ਵੀ ਕਾਰਨ ਆਪਾਂ ਗੱਲ ਕੀਤੀ ਹੈ। ਹੁਣ ਆ ਜਾਓ ਆਪਾਂ ਮਸ਼ੀਨਾਂ ਬਾਰੇ, ਕਿ ਆਪਾਂ ਬਈ ਲੇਬਰ ਨੂੰ ਤਾਂ ਅਸੀਂ ਛੱਡ ਦਈਏ, ਸਾਰਾ ਕੁਝ ਤੁਹਾਡੀਆਂ ਗੱਲਾਂ ਸਹੀ ਹੈ ਜੋ ਵੀ ਆਪਾਂ ਕੀਤੀਆਂ, ਤੇ ਮਸ਼ੀਨਾਂ ਕਿੱਥੇ ਤੱਕ ਸਾਡਾ ਫਾਇਦਾ ਕਰਦੀਆਂ ਇਸ ਨੂੰ ਸਮਝਾਓ। ਹੁਣ ਆਪਾਂ ਬੜੇ ਧਿਆਨ ਨਾਲ ਸੁਣਿਓ, ਇसी ਨੂੰ ਸਮਝਾਂਗੇ। ਮੁੱਦੇ ਤੇ ਆਨੇ ਆਪਾਂ ਹੁਣ। ਦੇਖੋ ਪਹਿਲੀ ਗੱਲ ਤਾਂ ਤੁਸੀਂ ਅਗਰ ਦੇਖੋ ਤਾਂ ਸਾਡੇ ਕੋਲ ਇਹ 3 ਫੋਟੋਆਂ ਲੱਗੀਆਂ ਹੋਈਆਂ, ਠੀਕ ਹੈ ਜੀ। 3 ਫੋਟੋਆਂ ਦਾ ਕੀ ਮਤਲਬ ਹੈ? 3 ਮਾਡਲ ਹੈ ਅੱਡ ਅੱਡ। 3 ਮਾਡਲ ਦਾ ਕੀ ਮਤਲਬ ਹੈ? ਹਰ ਕਿਸਾਨ ਦੀ ਜੇਬ ਦੇ ਮੁਤਾਬਕ, ਕੰਮ ਦੇ ਮੁਤਾਬਕ ਜਿੰਨਾ ਕੁ ਉਹ ਲੈਣਾ ਚਾਹੁੰਦਾ ਹੈ ਉਸ ਮੁਤਾਬਕ ਇਹ ਸਾਡੇ ਕੋਲ ਸਾਰੇ 3 ਮਾਡਲ ਹੈਗੇ ਆ, ਠੀਕ ਹੈ ਜੀ। ਹੁਣ ਆ ਜਾਂਦੇ ਆ ਗੱਲ ਕਿ ਕਿਹੜਾ ਮਾਡਲ ਕਿਸ ਵਾਸਤੇ ਬਣਿਆ। ਇਹ ਹੈਗਾ ਸਾਡਾ ਸਭ ਤੋਂ ਛੋਟਾ ਮਾਡਲ, ਜਿਸ ਨੂੰ ਅਸੀਂ ਕਹਿ ਦਿੰਦੇ ਆ 4 ਲਾਈਨਾਂ ਵਾਲਾ ਮਾਡਲ। ਕਿੰਨੀਆਂ ਲਾਈਨਾਂ ਵਾਲਾ? ਕਾਇਰਾ ਕੰਪਨੀ ਦਾ 4 ਰੋ, 4 ਲਾਈਨਾਂ, 4 ਸਿਆੜ ਵਾਲਾ ਮਾਡਲ। ਸਮਝ ਆ ਗਈ ਜੀ? ਦੂਜਾ ਮਾਡਲ ਕਿੰਨੇ ਸਿਆੜ ਹੈ? ਨਜ਼ਰ ਆ ਰਹੇ ਹੈ ਕਿਸੇ ਨੂੰ? 6 ਹੈ ਜੀ। ਇਹ 6 ਸਿਆੜ ਵਾਲਾ ਦੂਜਾ ਮਾਡਲ ਹੈ। ਜਿਸ ਨੇ ਥੋੜਾ ਜਿਹਾ ਹੋਰ ਵੱਧ ਕੰਮ ਕਰਨਾ ਹੈ, ਥੋੜਾ ਜਿਹਾ ਪੈਸੇ ਹੋਰ ਪਾ ਸਕਦਾ ਹੈ, ਤਾਂ ਇਹ 6 ਸਿਆੜ ਵਾਲਾ। ਇਹ ਮਾਡਲ ਨਜ਼ਰ ਆ ਰਿਹਾ ਬੜੇ ਵਾਲਾ, ਇਹ ਹੈਗਾ, ਇਸ ਨੂੰ ਅਸੀਂ ਕਹਿੰਦੇ ਆ ਰਾਈਡ ਔਨ ਮਾਡਲ। ਰਾਈਡ ਔਨ ਮਤਲਬ ਬੈਠ ਕੇ ਚਲਾਉਣ ਵਾਲਾ ਮਾਡਲ, ਜਿਹੜਾ ਕਿ ਮਤਲਬ ਕਮਰਸ਼ੀਅਲ ਸਮਝਦੇ ਹੋ, ਖੁੱਲਾ ਕੰਮ ਅਗਰ ਕਰਨਾ ਚਾਹੁੰਦੇ ਹੋ, ਕਿਰਾਏ ਦਾ ਕੰਮ ਕਰਨਾ ਚਾਹੁੰਦੇ ਹੋ, ਜਾਂ ਜਿਸ ਕੋਲ ਆਪਣੀ ਖੇਤੀ ਬਹੁਤ ਵਧੀਆ ਹੈ, 2 ਘਰ ਰਲ ਕੇ ਲੈਣਾ ਚਾਹੁੰਦੇ ਹੋ, ਸਾਰੀ ਗੱਲਾਂ ਜਿਵੇਂ ਵੀ ਸੋਚ ਕੇ ਤੁਸੀਂ ਇਸ ਨਾਲ ਵੀ ਤੁਰ ਸਕਦੇ ਹੋ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦੇ ਕਿਵੇਂ ਆਪਣੀ ਘਰ ਇਹ ਪੂਰਾ ਕਰਦੀਆਂ, ਕਿਵੇਂ ਆਪਣਾ ਇਹ ਫਾਇਦਾ ਕਰਦੀਆਂ। ਦੇਖੋ ਆਪਾਂ ਇਸ ਨੂੰ ਵੀ ਹਲੇ ਛੱਡ ਦਿੰਨੇ ਆ, 4 ਲਾਈਨ ਵਾਲੀ ਨੂੰ, ਛੋਟੀ ਨੂੰ ਵੀ ਛੱਡ ਦਿੰਨੇ ਆ, ਹਲੇ ਆਪਾਂ ਇਸ ਨੂੰ ਬੜੀ ਨੂੰ ਵੀ ਛੱਡ ਦਿੰਨੇ ਆ। ਹਲੇ ਆਪਾਂ ਸਮਝਦੇ ਆ ਅੱਜ ਇਹ 6 ਲਾਈਨ ਵਾਲੀ ਦੇ। ਕਿਉਂ ਸਮਝਦੇ ਆ? ਮੇਰਾ ਮੰਨਣਾ ਇਹ ਹੈ, ਮੇਰਾ ਤਜਰਬਾ ਇਹ ਹੈ ਕਿ ਇਹ ਮਸ਼ੀਨ ਨਾਲ ਜਿੰਨੀ ਕੁ ਆਮ ਤੌਰ ਤੇ ਕਿਸਾਨ ਭਰਾਵਾਂ ਦੀ ਜ਼ਮੀਨ ਹੁੰਦੀ ਹੈ ਉਹ ਇਕੱਲਾ ਵੀ ਕਰ ਸਕਦਾ ਹੈ, 2 ਘਰ ਰਲ ਕੇ ਵੀ ਲੈ ਸਕਦੇ ਆ। ਅਗਰ ਉਹ ਉਸ ਤੋਂ ਇਲਾਵਾ ਕਿਰਾਇਆ ਕਰਨਾ ਚਾਹੇ, ਕਿਰਾਇਆ ਵੀ ਕਰ ਸਕਦਾ ਹੈ। ਸਾਰੇ ਕੰਮ ਤਕਰੀਬਨ ਬਹੁਤ ਵਧੀਆ ਤਰੀਕੇ ਨਾਲ ਇਸ ਨਾਲ ਕਰ ਸਕਦਾ ਹੈ। ਜਿਸ ਨੇ ਥੋੜਾ ਜਿਹਾ ਸੌਖਾ ਪਾਸਾ ਪਕੜਨਾ ਹੈ, ਪੈਸੇ ਗੁੰਜਾਇਸ਼ ਹੈਗੀ ਹੈ, ਔਰ ਉਸ ਨੂੰ ਲੱਗਦਾ ਕਿ ਨਹੀਂ ਇਹ ਮੇਰੇ ਲਈ ਬਹੁਤ ਵਧੀਆ ਹੈ, ਤਾਂ ਇਸ 'ਚ ਕੋਈ ਦੋ ਰਾਏ ਨਹੀਂ, ਇਸ ਵਰਗੀ ਕੋਈ ਰੀਸ ਨਹੀਂ ਹੈ। ਕਾਰਨ ਇਹਨਾਂ ਦੇ ਪਿੱਛੇ ਤੁਰਨਾ ਪੈਂਦਾ ਬੰਦੇ ਨੂੰ ਸੇਧ ਰੱਖਣ ਵਾਸਤੇ। ਉਸ ਤੇ ਟਰੈਕਟਰ ਜਿਵੇਂ ਬੈਠ ਕੇ ਚਲਾ ਸਕਦੇ ਆ, ਜਿਵੇਂ ਆਪਾਂ ਟਰੈਕਟਰ ਚਲਾਉਂਦੇ ਆ। 4x4 ਮਸ਼ੀਨ ਹੈ, 20 ਹਾਰਸ ਪਾਵਰ ਦਾ ਡੀਜ਼ਲ ਇੰਜਨ ਹੈ, ਔਰ ਇਹ 2 ਮਾਡਲ ਜਿਹੜੇ ਹੈਗੇ ਪੈਟਰੋਲ ਇੰਜਨ, ਠੀਕ ਹੈ ਜੀ। ਹੁਣ
ਗੱਲ ਆ ਜਾਂਦੀ ਹੈ ਕਿ ਇਸ ਮਸ਼ੀਨ ਨਾਲ ਆਪਾਂ ਨੂੰ ਲੇਬਰ ਦੇ ਉੱਪਰ ਕੀ ਵਾਧੇ ਹੈ, ਕਿਵੇਂ ਆਪਣੀ ਬਚਤ ਹੁੰਦੀ ਹੈ। ਪਹਿਲੀ ਗੱਲ ਦੇਖੋ, ਇੱਕ ਕੌੜੀ ਜੀ ਗੱਲ ਮੈਂ ਕਰਨਾ ਚਾਹਾਂਗਾ ਚੰਗੀਆਂ ਗੱਲਾਂ ਕਰਨ ਤੋਂ ਪਹਿਲਾਂ। ਕਿਆ ਤੁਹਾਨੂੰ ਲੱਗਦਾ ਹੈ ਕਿ ਲੇਬਰ ਤੋਂ ਕਰਵਾ ਕਰਵਾ ਕੇ ਆਪਾਂ ਲੋਕ ਆਲਸੀ ਹੋ ਚੁੱਕੇ? ਕਿਸੇ ਨੂੰ ਮਹਿਸੂਸ ਹੁੰਦਾ ਹੈ ਕਿ ਕਿਉਂਕਿ ਲੇਬਰ ਆਂਦੀ ਹੈ, ਪੌਦ ਪੱਟਦੀ ਹੈ, ਲੈ ਜਾਂਦੀ ਹੈ ਤੇ ਗੰਦ ਹੀ ਗਿਣ ਕੇ ਆਪਣੇ ਲੈ ਜਾਂਦੀ ਹੈ, ਤੇ ਆਪਾਂ ਕਹਿੰਦੇ ਆ ਚਲੋ ਠੀਕ ਹੈ, ਆਪਣਾ ਦੁਪਹਿਰਾ ਏਸੀ ਕਮਰੇ 'ਚ ਪੱਖੇ ਨੀਚੇ ਵਧੀਆ ਤਰੀਕੇ ਨਾਲ ਆਪਾਂ ਕੱਢ ਲੈਂਦੇ ਹਾਂ। ਆਲਸੀ ਹੋ ਚੁੱਕੇ ਕਿ ਨਹੀਂ? ਥੋੜਾ ਜਿਹਾ ਹੈ, ਮੇਰਾ ਮੰਨਣਾ ਹੈਗਾ, ਇਸ ਕਰਕੇ ਮੈਂ ਪੁੱਛਿਆ। ਠੀਕ ਹੈ ਜੀ। ਦੇਖੋ, ਇਸ ਕੰਮ ਤੇ ਜਿਹੜੇ ਲੇਬਰ ਵਾਲੇ ਕੰਮ ਤੋਂ ਆਪਾਂ ਤੁਰੇ ਹੋਏ ਆ, ਫਰਕ ਇੰਨਾ ਹੈ ਕਿ ਆਲਸ ਨੂੰ ਤਿਆਗਣਾ ਪੈਣਾ। ਥੋੜਾ ਜਿਹਾ ਆਲਸ ਨੂੰ ਤਿਆਗਣਾ ਪੈਣਾ, ਉਸਦੀ ਵੀ ਮੈਂ ਗੱਲ ਕਰਾਂਗਾ ਕਿਉਂ ਤਿਆਗਣਾ ਪੈਣਾ। ਪਹਿਲਾਂ ਆਪਾਂ ਸਮਝ ਲਈਏ ਹੁਣ ਮਸ਼ੀਨਾਂ ਬਾਰੇ। ਦੇਖੋ, ਆਪਣਾ ਸੀਜ਼ਨ ਤਕਰੀਬਨ 30 ਦਿਨ ਦਾ ਹੁੰਦਾ ਹੈ, ਅੰਦਾਜ਼ਾ 20 25 30 ਦਿਨ ਚੱਲਦਾ, ਅੰਦਾਜ਼ਾ ਚੱਲਣ ਨੂੰ ਸ਼ਾਇਦ 35 40 ਦਿਨ ਵੀ ਚੱਲਦਾ, ਬਟ 30 ਦਿਨ ਦੀ ਔਸਤ ਮੈਂ ਮੰਨ ਕੇ ਚੱਲਦਾ ਕਿ ਅੰਦਾਜ਼ਾ 30 ਦਿਨ ਆਪਣਾ ਸੀਜ਼ਨ ਚੱਲਦਾ। ਲੇਬਰ ਮੰਨ ਲਓ 8 ਬੰਦਿਆਂ ਦੀ ਟੋਲੀ ਲਗਾ ਲਈਏ, ਆਮ ਤੌਰ ਤੇ ਅਗਰ ਆਂਦੀ ਹੈ, ਦਿਨ 'ਚ ਕਿੰਨਾ ਕੰਮ ਕਰ ਦਿੰਦੀ ਹੈ? 2 ਕਿੱਲੇ ਲਗਾ ਦਿੰਦੇ ਆ ਦਿਨ 'ਚ। ਠੀਕ ਹੈ ਜੀ। 2 ਕਿੱਲੇ ਮਗਰ ਤੁਸੀਂ ਜਿਹੜੀ ਲੇਬਰ ਦਿੰਦੇ ਹੋ 8000 ਰੁਪਏ ਦਿੰਦੇ ਹੋ। ਠੀਕ ਹੈ ਜੀ। 2 ਕਿੱਲੇ ਅਗਰ ਲਗਾ ਕੇ ਤਾਂ ਸ਼ਾਮ ਨੂੰ 8000 ਹਜ਼ਾਰ ਰੁਪਏ ਜੇਬੇ 'ਚ ਪਾ ਕੇ ਲੈ ਗਏ। ਉਹੀ ਕੰਮ ਅਗਰ ਤੁਹਾਡਾ ਸ਼ਾਮ ਨੂੰ 4 ਕਿੱਲੇ ਲੱਗ ਜਾਣ, ਘੱਟ ਤੋਂ ਘੱਟ, ਪਹਿਲੀ ਗੱਲ ਸਪੀਡੀ ਕੰਮ ਨਿਬੜਿਆ। ਮੈਂ ਹਲੇ ਇਸ ਮਸ਼ੀਨ ਦੀ ਗੱਲ ਕਰ ਰਿਹਾ ਕਿਉਂਕਿ ਇਹ 1.5 ਘੰਟੇ 'ਚ ਕਿੱਲਾ ਲਗਾ ਦਿੰਦੀ ਹੈ। 2 ਘੰਟੇ ਲਗਾ ਲਓ ਵੱਧ ਤੋਂ ਵੱਧ, 8 ਘੰਟੇ ਵੀ ਤੁਸੀਂ ਕੰਮ ਕਰਦੇ ਹੋ ਤਾਂ 4 ਕਿੱਲੇ ਕਿਤੇ ਨਹੀਂ ਗਏ। ਇਸ ਦਾ ਖਰਚਾ ਕੀ ਹੈ ਲਗਵਾਈ ਦਾ? ਪੌਦ ਦੀ ਤਿਆਰੀ ਤੋਂ ਲੈ ਕੇ ਐਂਡ ਦੀ ਬਿਜਾਈ ਤੱਕ ਕੋਈ ਅੰਦਾਜ਼ਾ ਕਿਸੇ ਨੂੰ ਕਿੱਲੇ ਮਗਰ ਕੀ ਖਰਚਾ ਆ ਜਾਂਦਾ? ਕੋਈ ਕਿਸਾਨ ਭਰਾ ਨੂੰ? ਹਾਂਜੀ ਹਰਮੇਲ ਜੀ, ਕੋਈ ਹੈ ਅੰਦਾਜ਼ਾ ਖਰਚੇ ਬਾਰੇ? ਕੋਈ ਅੰਦਾਜ਼ਾ ਵੈਸੇ ਕੋਈ ਲਗਾਉਣਾ ਚਾਹੇਗਾ? ਲੇਬਰ ਨੂੰ ਆਪਾਂ 4 ਦਿੰਦੇ ਆ, ਇਸ ਤੋਂ ਘੱਟ ਕਿੰਨਾ ਕੁ ਖਰਚਾ ਆਉਂਦਾ ਹੋਣਾ? ਸਾਰਾ ਸ਼ੁਰੂ ਤੋਂ ਲੈ ਕੇ ਲੇਬਰ ਦੀ ਤਿਆਰੀ ਤੋਂ ਲੈ ਕੇ ਐਂਡ ਦੀ ਬਿਜਾਈ ਤੱਕ। ਕੱਲੀ ਮੈਂ ਬਿਜਾਈ ਦਾ ਨਹੀਂ ਗੱਲ ਕਰ ਰਿਹਾ, ਲੇਬਰ ਦੀ ਤਿਆਰੀ ਤੋਂ ਲੈ ਕੇ, ਮਤਲਬ ਪੌਦ ਦੀ ਤਿਆਰੀ ਤੋਂ ਲੈ ਕੇ। ਕੋਈ ਅੰਦਾਜ਼ਾ ਕਿਸੇ ਦਾ? ਚਲੋ ਮੈਂ ਗੱਲ ਨੂੰ ਖਤਮ ਕਰਦਾ। ਇਹ ਖਰਚਾ ਆਉਂਦਾ ਹੈ ਤੁਹਾਡਾ ਜ਼ੋਰ ਮਾਰ ਕੇ, ਕਿੰਨੇ ਆ ਇਹ? 800 ਰੁਪਏ ਇੱਕ ਕਿੱਲੇ ਮਗਰ ਸਿਰਫ ਖਰਚਾ ਰਹਿ ਜਾਂਦਾ ਹੈ। ਹਾਂਜੀ, ਜਿਹੜਾ 800 ਰੁਪਏ ਖਰਚਾ ਦੱਸਿਆ ਜੀ, ਹਾਂਜੀ, ਇਹਦੇ ਵਿੱਚ ਤੁਸੀਂ ਮਾੜਾ ਜਿਹਾ ਦੱਸੋ ਵੀ ਕੀ ਮਤਲਬ? ਹਾਂ, ਉਹ ਮੈਂ ਹੁਣ ਅੱਗੇ ਕਵਰ ਕਰ ਰਿਹਾ। ਬਿਲਕੁਲ ਬਿਲਕੁਲ, 800 ਰੁਪਏ ਕਿੱਲੇ ਦਾ ਖਰਚਾ ਆਉਂਦਾ ਹੈ। ਮਤਲਬ ਜਿਹੜਾ ਕੰਮ ਅਗਰ ਤੁਸੀਂ 4 ਕਿੱਲੇ ਲੇਬਰ ਤੋਂ ਲਗਵਾਉਂਦੇ ਹੋ, 16 ਬੰਦਿਆਂ ਦੀ ਟੀਮ ਲੱਗ ਗਈ, ਮੰਨ ਲਓ 4 ਕਿੱਲੇ ਲਗਾ ਰਹੀ ਹੈ, ਤਾਂ ਤੁਹਾਡੇ ਤੋਂ ਲੈ ਗਈ 16000 ਰੁਪਏ। ਔਰ ਇਸ ਤੋਂ ਕਿੰਨਾ ਖਰਚਾ ਆਇਆ? 8 ਚੌਕਾ 3200 ਰੁਪਏ। ਕਿੰਨੇ ਪੈਸੇ ਜੇਬ 'ਚ ਰਹਿ ਗਏ ਦਿਹਾੜੀ ਦੇ? 13,000 ਰੁਪਏ। 13,000। ਠੀਕ ਹੈ ਜੀ। 16 ਚੋਂ ਅੰਦਾਜ਼ਾ ਆਪਾਂ 3000 ਕੱਢੀਏ ਤਾਂ 13,000 ਰੁਪਏ ਦਿਹਾੜੀ ਦੀ ਬਚਤ ਹੈ। ਔਰ ਇਹੀ ਕੰਮ ਅਗਰ ਆਪਾਂ 30 ਦਿਨ ਕਰਦੇ ਹਾਂ, 13 ਤੀਆ 39, 3,90,000 ਰੁਪਏ। ਇਹ ਜਿਹੜਾ ਬਿਹਾਰ ਜਾਣਾ ਸੀ ਪੈਸਾ ਕਿੱਥੇ ਰਹਿ ਗਿਆ? ਪੰਜਾਬ 'ਚ ਵੀ ਰਹਿ ਗਿਆ, ਆਪਣੀ ਜੇਬ 'ਚ ਹੀ ਰਹਿ ਗਿਆ। ਮੰਨਦੇ ਹੋ ਜੀ ਇਸ ਗੱਲ ਨੂੰ ਕਿ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈ ਇਸ ਗੱਲ ਨਾਲ? ਕੋਈ ਰੌਲਾ ਕਿਸੇ ਗੱਲ 'ਚ ਸਮਝਣ 'ਚ? ਠੀਕ ਹੈ। ਹੁਣ ਹਰਮੇਲ ਵੀਰ ਜੀ ਨੇ ਪੁੱਛਿਆ ਸੀ ਕਿ ਇਹ 800 ਰੁਪਇਆ ਤੁਸੀਂ ਕਿਵੇਂ ਜੋੜਦੇ ਹੋ? ਬਹੁਤ ਵਧੀਆ ਗੱਲ ਕੀਤੀ ਹੈ। ਹੁਣ 800 ਰੁਪਇਆ ਅਸੀਂ ਕਿਵੇਂ ਜੋੜਦੇ ਹਾਂ, ਮੈਂ ਤੁਹਾਨੂੰ ਸਮਝਾਉਣਾ। ਆਪਾਂ ਤਿਆਰੀ ਕਿੱਥੋਂ ਪੈਂਦੀ ਹੈ? ਪੌਦ ਤੋਂ। ਠੀਕ ਹੈ ਜੀ। ਮੰਨ ਲਓ ਆਪਾਂ ਇਸ ਮਸ਼ੀਨ ਨਾਲ ਇੱਕ ਪ੍ਰੋਜੈਕਟ ਬਣਾ ਕੇ ਚੱਲੀਏ 100 ਕਿੱਲੇ ਦਾ, ਕਿ ਆਪਾਂ ਨੇ ਸੀਜ਼ਨ 'ਚ 100 ਕਿੱਲਾ ਲਗਾਉਣਾ। ਠੀਕ ਹੈ ਜੀ। ਅਗਰ 4 ਕਿੱਲੇ ਰੋਜ਼ ਲਗਾ ਰਹੀ ਹੈ, 25 ਦਿਨ ਵੀ ਕੰਮ ਕੀਤਾ ਤਾਂ 100 ਕਿੱਲਾ ਹੋ ਗਿਆ। ਠੀਕ ਹੈ ਜੀ। ਸਹਿਮਤ ਹੋ ਇਸ ਗੱਲ ਨਾਲ? 100 ਕਿੱਲੇ ਦੀ ਜਿਹੜੀ ਹੁਣ ਪੌਦ ਤਿਆਰ ਕਰਨੀ ਹੈ, ਉਹ ਆਪਾਂ ਨੂੰ ਤਕਰੀਬਨ 1.25 ਕਿੱਲਾ ਚਾਹੀਦਾ ਜਗ੍ਹਾ ਜਿੱਥੇ ਆਪਾਂ ਨੇ ਪੌਦ
ਤਿਆਰ ਕਰਨੀ ਹੈ, ਬੀਜਣੀ ਹੈ। ਕਿਉਂਕਿ 1 ਕਿੱਲੇ ਦੇ 4.5 ਬਿੱਗੇ 'ਚ ਤਕਰੀਬਨ 80 ਕਿੱਲੇ ਦੀ ਪੌਦ ਤਿਆਰ ਹੋ ਜਾਂਦੀ ਹੈ। ਠੀਕ ਹੈ ਜੀ, ਉਰੇ ਤੱਕ ਸਮਝ ਆ ਗਿਆ। ਸਵਾ ਕਿੱਲੇ 'ਚ ਤਕਰੀਬਨ ਆਪਣੀ 100 ਕਿੱਲੇ ਦੀ ਪੌਦ ਤਿਆਰ ਹੋ ਜਾਏਗੀ। ਹੁਣ 100 ਕਿੱਲੇ ਮਗਰ ਜਿਹੜਾ ਆਪਣਾ ਖਰਚਾ ਆਣਾ ਚਾਹੀਦਾ, ਕਿੰਨਾ ਆਣਾ ਚਾਹੀਦਾ? 800 × 100 80,000 ਰੁਪਏ, ਜਿਹੜਾ ਕਿ ਲੇਬਰ ਨੂੰ ਤੁਸੀਂ ਦਿੰਦੇ ਹੋ 4 ਲੱਖ ਰੁਪਏ। ਅਗਰ 100 ਕਿੱਲਾ ਲੇਬਰ ਲਗਾਉਂਦੀ ਹੈ ਤੇ ਹੁਣ ਉਹ 80,000 ਰੁਪਏ ਕਿਵੇਂ ਆਉਂਦਾ? ਦੇਖੋ, ਆਪਾਂ ਨੂੰ 100 ਕਿੱਲੇ ਦੀ ਪੌਦ ਤਿਆਰ ਕਰਨ ਲਈ 2 ਤੋਂ 3 ਬੰਦੇ ਚਾਹੀਦੇ ਆ। ਮਤਲਬ ਆਪਾਂ ਨੇ ਅਗਰ 25 ਦਿਨ 'ਚ ਬਿਜਾਈ ਕਰਨੀ ਹੈ ਜਾਂ 30 ਦਿਨ 'ਚ ਬਿਜਾਈ ਕਰਨੀ ਹੈ ਤਾਂ ਮੰਨ ਲਓ 10 ਦਿਨ ਆਪਾਂ ਪੌਦ ਤਿਆਰ ਕਰਨ ਤੇ ਲਗਾਣੇ ਆ। 10 ਦਿਨ ਆਪਾਂ 10 ਤੋਂ 15 ਦਿਨ ਵੀ ਲਗਾ ਸਕਦੇ ਹੋ। ਵੈਸੇ 10 ਦਿਨ 'ਚ ਤਕਰੀਬਨ ਅਗਰ 10 ਕਿੱਲੇ ਦੀ ਰੋਜ਼ ਦੀ ਪੈਰਵਾਈ ਪਾ ਕੇ ਚੱਲੋ ਪੌਦ ਦੀ, ਜਿਹੜੀ ਇਸਦੀ ਨਰਸਰੀ ਬਾਰੇ ਪਤਾ ਹੈ ਇਸਦੇ ਕਿਵੇਂ ਤਿਆਰ ਹੁੰਦੀ ਹੈ? ਕੋਈ ਕਿਸੇ ਨੂੰ ਜਾਣਕਾਰੀ? ਮੈਟ ਨਰਸਰੀ, ਅਸੀਂ ਬੈੱਡ ਨਰਸਰੀ, ਕਿਸੇ ਨੂੰ ਹੈ ਸਮਝ? ਦੇਖੀ ਹੋਵੇ ਕਿਸੇ ਨੂੰ ਹੈ ਅੰਦਾਜ਼ਾ? ਇਸ ਦੀ ਜਿਹੜੀ ਨਰਸਰੀ ਤੁਸੀਂ ਲੇਬਰ ਤੋਂ ਲਗਵਾਉਂਦੇ ਹੋ ਉਸ ਤਰੀਕੇ ਨਾਲ ਨਹੀਂ ਤਿਆਰ ਹੁੰਦੀ ਕਿ ਛਿੱਟਾ ਦਿੱਤਾ ਆਪਣੇ ਆਪ ਧਰਤੀ ਚੁੱਗੀ ਤੇ ਆਪਾਂ ਕੱਟੀ ਤੇ ਜਾ ਕੇ ਡੱਕੇ ਲਗਾਤੇ। ਨਹੀਂ, ਇਸ ਨੂੰ ਆਪਾਂ ਬੈੱਡ ਨਰਸਰੀ ਕਹਿੰਦੇ ਆ। ਬੈੱਡ ਨਰਸਰੀ ਮਤਲਬ ਬੈੱਡ ਤਿਆਰ ਕਰਦੇ ਆ ਤੇ ਉਸ ਦੇ ਉੱਪਰ ਪੋਲੀਥੀਨ ਦਾ ਲਿਫਾਫਾ ਵਿਛਾਉਂਦੇ ਆ, ਇੱਕ ਫਰਮੇ ਬਣ ਜਾਂਦੇ ਆ। ਮਤਲਬ ਇੱਕ ਸਾਂਚੇ 'ਚ ਪੌਦ ਤਿਆਰ ਕਰਦੇ ਆ, ਜਿਸ ਨੂੰ ਬਾਅਦ ਚੋਂ ਕਟਿੰਗ ਕਰਕੇ ਆਪਾਂ ਮਸ਼ੀਨ 'ਚ ਰੱਖ ਦਿੰਦੇ ਆ। ਇਸ ਦੇ ਬਾਰੇ ਅਗਰ ਡਿਟੇਲ 'ਚ ਸਮਝੋਗੇ ਮੈਂ ਥੋੜੀ ਦੇਰ ਤੱਕ ਫੇਰ ਸਮਝਾ ਦਾਂਗਾ। ਹਲੇ ਮੈਂ ਤੁਹਾਨੂੰ ਕੈਲਕੂਲੇਸ਼ਨ ਤਿਆਰ ਨਾ, ਕਿਉਂਕਿ ਆਪਾਂ ਫਿਰ ਭਟਕ ਜਾਾਂਗੇ ਉਸ ਗੱਲ ਤੋਂ। 800 ਰੁਪਏ 80,000 ਦੀ ਆਪਾਂ ਗੱਲ ਕਰ ਰਹੇ ਸੀ। ਆਪਾਂ ਨੂੰ ਅਗਰ 10 ਕਿੱਲੇ ਦੀ ਪੌਦ ਤਿਆਰ ਕਰਨੀ ਹੈ, ਮੈਂ 2-3 ਕਹਿ ਰਿਹਾ, ਤੁਸੀਂ 4 ਬੰਦੇ ਲੈ ਲਓ। ਕਿੰਨੇ ਲੈ ਲਓ ਜੀ? 4 ਬੰਦੇ ਦਿਹਾੜੀ ਦੇ ਲੈ ਲਓ। 4 ਬੰਦੇ ਸਵੇਰ ਤੋਂ ਸ਼ਾਮ ਤੱਕ ਬੜੇ ਆਰਾਮ ਨਾਲ 10 ਕਿੱਲੇ ਦੀ ਪੌਦ ਦੀ ਕਾਰਵਾਈ ਬੜੇ ਆਰਾਮ ਨਾਲ ਪਾ ਦਿੰਦੇ ਆ। ਦਿਹਾੜੀ ਕੀ ਚੱਲਦੀ ਹੈ ਤੁਹਾਡੇ ਉਰੇ? 400 ਰੁਪਏ ਦੀ ਦਿਹਾੜੀ ਚੱਲਦੀ ਹੈ। 1600 ਰੁਪਏ ਰੋਜ਼ ਹੋ ਗਿਆ ਜੀ। 1600 ਰੋਜ਼ ਹੋ ਗਿਆ। 10 ਦਿਨ 'ਚ ਅਗਰ ਆਪਣੀ ਪੌਦ ਤਿਆਰ ਕਰ ਰਹੇ ਹਾਂ ਤਾਂ ਕਿੰਨਾ ਦੇਤੇ ਆਪਾਂ ਨੇ? 16,000 ਰੁਪਏ ਆਪਾਂ ਨੇ ਲੇਬਰ ਨੂੰ ਦੇਤਿਆ। ਠੀਕ ਹੋ ਗਿਆ ਕੰਮ? ਉਰੇ ਤੱਕ ਸਮਝ ਆ ਗਈ ਗੱਲ? ਅੱਗੇ ਆ ਜਾਓ। 1 ਘੰਟੇ 'ਚ 1 ਲੀਟਰ ਪੈਟਰੋਲ ਖਾਂਦੀ ਹੈ ਇਹ। ਜਦ ਬਿਜਾਈ ਆਪਾਂ ਨੇ ਕਰਨੀ ਹੈ 1 ਘੰਟੇ 'ਚ 1 ਲੀਟਰ। ਮੰਨ ਲਓ 1.5 ਘੰਟੇ ਤੋਂ 2 ਘੰਟੇ, ਅਗਰ ਕਿੱਲੇ 2 ਘੰਟੇ ਹੀ ਲਗਾ ਲਓ, 2 ਲੀਟਰ ਪੈਟਰੋਲ ਖਾ ਲਿਆ। 100 ਰੁਪਏ ਲੀਟਰ ਦੇ ਕਰੀਬ ਪੈਟਰੋਲ ਹੈ। 200 ਰੁਪਏ ਕਿੱਲੇ ਮਗਰ ਖਰਚਾ ਆ ਗਿਆ। ਠੀਕ ਹੈ ਜੀ। 100 ਕਿੱਲੇ ਦਾ ਕਿੰਨਾ ਆ ਗਿਆ? 20,000 ਰੁਪਏ। ਸਮਝ ਆ ਗਈ? 16,000 ਆਪਾਂ ਪਹਿਲਾਂ ਜੋੜ ਲਿਆ ਸੀ ਲੇਬਰ ਦਾ, 20,000 ਰੁਪਏ ਆਪਾਂ ਨੇ ਪੈਟਰੋਲ ਦਾ ਖਰਚਾ ਆ ਗਿਆ। ਉਰੇ ਤੱਕ ਸਮਝ ਆ ਗਈ ਗੱਲ? ਤੀਜੀ ਗੱਲ ਤੇ ਆ ਜਾਓ। ਜਦ ਆਪਾਂ ਨੇ ਬਿਜਾਈ ਕਰਨੀ ਹੈ ਤਾਂ 2 ਬੰਦੇ ਆਪਾਂ ਨੇ ਫੇਰ ਲੇਬਰ ਦੇ ਲਗਾਣੇ ਆ, ਉਸ ਨੂੰ ਪੌਦ ਨੂੰ ਪੱਟਣ ਲਈ ਨਹੀਂ, ਕੱਟਣ ਲਈ, ਕਿਉਂਕਿ ਪੱਟਣ ਦੀ ਤਾਂ ਜ਼ਰੂਰਤ ਨਹੀਂ, ਪੂਰਾ ਨੀਚੇ ਜਾਲ ਬਣ ਜਾਂਦਾ ਜੜਾਂ ਦਾ। ਠੀਕ ਹੈ ਜੀ। ਇਸ ਦੇ ਬਾਰੇ ਮੈਂ ਤੁਹਾਨੂੰ ਸਮਝਾਵਾਂਗਾ ਥੋੜੀ ਦੇਰ 'ਚ, ਫੋਟੋ ਵੀ ਦਿਖਾ ਦਾਂਗਾ ਥੋੜਾ ਬਹੁਤ ਅਗਰ ਐਂਡ 'ਚ। ਤੇ 2 ਬੰਦੇ ਆਪਾਂ ਨੂੰ ਚਾਹੀਦੇ ਹੈ ਕਿੰਨੇ ਦਿਨ ਲਈ? 25 ਦਿਨ ਵਾਸਤੇ। 50 ਦਿਹਾੜੀਆਂ ਹੋ ਗਈਆਂ। ਠੀਕ ਹੈ ਜੀ। 400 ਰੁਪਏ ਦਿਹਾੜੀ ਹੈ, 20,000 ਰੁਪਇਆ ਹੋ ਗਿਆ। 36 ਤੇ 20 ਕਿੰਨੇ ਹੋ ਗਏ? 56,000। 100 ਰੁਪਏ ਕਿੱਲੇ ਮਗਰ ਤੁਸੀਂ ਖਰਚਾ ਲਗਾ ਲਓ ਬਈ। ਟਰੈਕਟਰ ਟਰਾਲੀ ਆਪਾਂ ਨੇ ਪੌਦ ਢੋਣੀ ਹੈ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਤੱਕ। ਸਮਝ ਆ ਰਹੀ ਹੈ ਜੀ ਸਭ ਨੂੰ? ਕੋਈ ਨਹੀਂ ਆਏਗੀ ਹੱਥ ਖੜਾ ਕਰ ਦਿਓ। 100 ਰੁਪਏ ਕਿੱਲਾ, ਵੱਧ ਤੋਂ ਵੱਧ ਆਪਾਂ ਚਲੋ ਟਰਾਲੀ 'ਚ ਪੌਦ ਲੱਦਣੀ ਹੈ, ਡੀਜ਼ਲ ਫੂਕ ਲਿਆ, ਜੋ ਵੀ ਕਰ ਲਿਆ, ਜਿੱਥੇ ਖੇਤ ਦੇ ਨੇੜੇ ਲੈ ਕੇ ਜਾਣੀ ਹੈ, ਤਾਂ 100 ਰੁਪਏ ਕਿੱਲਾ। 2 ਲੇਬਰ ਵਾਲੇ ਆਪਾਂ ਨੇ ਲਗਾਈ, ਉਹੀ ਕੱਟੀ ਜਾएंगे, ਉਹੀ ਧਰੀ ਜਾएंगे। ਠੀਕ ਹੈ ਜੀ। 100 ਰੁਪਏ ਕਿੱਲਾ ਮਤਲਬ 10,000 ਰੁਪਇਆ ਹੋਰ ਹੋ ਗਿਆ। ਕਿੰਨਾ ਹੋ ਗਿਆ ਜੀ? 56 ਤੇ 10 66,000। ਹੋਰ ਕਿਸੇ ਦੇ ਦਿਮਾਗ 'ਚ ਆਂਦਾ ਹੋਵੇ ਕੋਈ ਖਰਚਾ ਰਹਿ ਗਿਆ ਹੋਵੇ? ਆਪਾਂ ਨੇ ਪੌਦ ਦੀ ਤਿਆਰੀ ਜੋੜ ਲਈ। ਜਦ ਆਪਾਂ ਕਰ ਰਹੇ हैं 4 ਦਿਹਾੜੀਏ ਲਗਾਏ, 10 ਦਿਨ ਲਈ ਲਗਾਏ, ਪੌਦ ਘੇਰ ਗਏ, ਆਪਣਾ ਚਲੇ ਗਏ। ਫਿਰ ਉਸ ਤੋਂ ਬਾਅਦ ਤਾਂ ਕੋਈ ਖਰਚਾ ਨਹੀਂ ਹੈ, ਸਿਰਫ ਤੁਸੀਂ ਪਾਣੀ ਦੇਣਾ ਹੈ। ਪਾਣੀ ਦਾ ਖਰਚਾ ਜੋੜਨਾ ਹੈ, ਉਹ ਵੀ ਜੋੜ ਸਕਦੇ ਹੋ। ਆਪਾਂ ਨੇ ਪੌਦ ਦੀ ਢੁਆਈ ਦਾ ਖਰਚਾ ਜੋੜ ਲਿਆ। ਆਪਾਂ ਨੇ ਪੌਦ ਦੀ ਪਟਾਈ ਦਾ ਖਰਚਾ ਜੋੜ ਲਿਆ, ਪੈਟਰੋਲ ਦਾ ਖਰਚਾ ਜੋੜ ਲਿਆ। ਇਹ ਬਣਿਆ 66,000 ਰੁਪਏ।
14-15 ਹਜ਼ਾਰ ਰੁਪਏ ਅਸੀਂ ਹੋਰ ਐਸਾ ਮਿਸਲੀਨੀਅਸ ਖਰਚਾ ਜੋੜ ਲੈਂਦੇ ਆ, ਜਿਹੜਾ ਕਿ ਕੁਝ ਚੀਜ਼ਾਂ ਆਪਾਂ ਕਹਿੰਦੇ ਆ ਗਿਣਤੀ 'ਚ ਨਹੀਂ ਹੈਗੀਆਂ। ਦੇਖੋ ਪਾਣੀ ਦਾ ਸਿਸਟਮ ਕੀ ਹੁੰਦਾ, ਬਿਲਕੁਲ ਤੁਹਾਡੀ ਰਾਜੀ ਦੀ ਗੱਲ ਸਹੀ ਹੈ ਕਿ ਜਦ ਤੁਹਾਨੂੰ ਪਾਣੀ ਲਗਾਉਣਾ ਹੈ ਪੌਦ ਨੂੰ, ਆਪਣੇ ਕੋਲ ਪਾਣੀ ਦੀ ਸਪਲਾਈ ਬਿਜਲੀ ਦੀ ਨਹੀਂ ਹੁੰਦੀ ਵਿੱਚੋਂ, ਇਸ ਪੌਦ ਨੂੰ ਤਿਆਰ ਕਰਨਾ ਕੋਈ ਔਖਾ ਕੰਮ ਨਹੀਂ ਹੈ। ਬਿਲਕੁਲ ਇੱਕ ਗੱਲ 100% ਆਪਣੇ ਨਾਲ ਬੰਨ ਲਓ ਕਿ ਜਦ ਆਪਾਂ ਨੇ 10 ਦਿਨ ਪੌਦ ਤਿਆਰ ਕਰਨੀ ਹੈ ਤਾਂ 10 ਦਿਨ ਜਿਵੇਂ ਇੱਕ ਬੱਚਾ ਜੰਮਦਾ ਹੈ, ਉਸ ਨੂੰ ਆਪਾਂ ਇੰਜੈਕਸ਼ਨ ਲਗਾ, ਟੀਕਾ ਲਗਾ, ਉਸਦੀ 10-20 ਦਿਨ ਮਹੀਨਾ ਆਪਾਂ ਕੇਅਰ ਕਰਦੇ ਆਂ, ਸਾਰਾ ਕੁਝ ਕਰਦੇ ਆਂ, ਤਾਂ ਉਵੇਂ ਹੀ 10 ਦਿਨ ਇਸ ਪੌਦ ਨਾਲ ਤੁਸੀਂ ਰਹਿਣਾ। 10 ਦਿਨ ਵੀ ਨਹੀਂ ਮੈਂ ਕਹਾਂਗਾ, ਅਗਰ 20-25 ਦਿਨ ਦੀ ਪੌਦ ਹੈ ਤਾਂ 25 ਦਿਨ ਹੀ ਰਹਿਣਾ। 10 ਦਿਨ ਤਾਂ ਇੱਕ ਨਿਆਣੀ ਹੁੰਦੀ ਹੈ, ਇਸ ਕਰਕੇ ਜ਼ਿਆਦਾ ਖਿਆਲ ਰੱਖਣਾ। ਦੇਖੋ ਜਦ ਪਾਣੀ ਦੀ ਆਪਾਂ ਗੱਲ ਕਰਦੇ ਆਂ ਤਾਂ ਅਸੀਂ ਕਦੀ ਨਹੀਂ ਕਹਿੰਦੇ ਕਿ ਤੁਸੀਂ ਬਿਜਲੀ ਦੇ ਸਹਾਰੇ ਰਹੀਓ। ਪਹਿਲੀ ਗੱਲ ਉਹ ਠੀਕ ਹੈ, ਮੈਂ ਗੱਲ ਪੂਰੀ ਡਿਟੇਲ 'ਚ ਨਹੀਂ ਕੀਤੀ, ਬਟ ਹੁਣ ਇਹਨਾਂ ਨੇ ਛੇੜੀ ਹੈ ਤਾਂ ਮੈਂ ਇਸ ਨੂੰ ਹੋਰ ਡਿਟੇਲ 'ਚ ਕਰਦਾ। ਇੱਕ ਕਿੱਲੇ ਨੂੰ ਅਗਰ ਤੁਸੀਂ ਪੌਦ ਨੂੰ ਪਾਣੀ ਲਗਾਉਂਦੇ ਹੋ, ਖਾਲਾਂ ਭਰਦੇ ਹੋ, ਜੋ ਵੀ ਆਪਾਂ ਕਹਿ ਲਓ, ਤੇ ਇੱਕ ਟਰੈਕਟਰ ਤੇ ਜਨਰੇਟਰ ਦਾ ਜੋ ਵੀ ਇੰਤਜ਼ਾਮ ਹੈ ਉਹ ਆਪਣੇ ਕੋਲ ਹੋਣਾ ਚਾਹੀਦਾ ਹੈ। ਕਿਉਂਕਿ ਆਪਾਂ ਜਦ ਉਸ ਟਾਈਮ ਦਾ ਜਿਹੜਾ ਟੈਂਪਰੇਚਰ ਹੁੰਦਾ ਹੈ, ਗਰਮ ਹਵਾ ਚੱਲ ਰਹੀ ਹੁੰਦੀ ਹੈ, ਤਾਂ ਆਪਾਂ ਉਹ ਗੁੰਜਾਇਸ਼ ਨਹੀਂ ਛੱਡ ਸਕਦੇ ਕਿ ਬਈ ਕਦ ਲਾਈਟ ਆਏਗੀ ਤੇ ਕਦ ਆਪਾਂ ਮੋਟਰ ਨਾਲ ਪਾਣੀ ਲਗਾ ਦਾਂਗੇ। ਬਿਲਕੁਲ ਨਹੀਂ। ਇਹ ਜਦ ਅਸੀਂ ਟ੍ਰੇਨਿੰਗ ਦਿੰਦੇ ਹਾਂ ਬੜੀ ਕਲੀਅਰ ਲਫ਼ਜ਼ਾਂ 'ਚ ਸਮਝਾਉਂਦੇ ਹਾਂ, ਠੀਕ। ਤੇ ਹੁਣ ਗੱਲ ਆ ਜਾਂਦੀ ਹੈ ਕਿ ਚਲੋ ਆਪਾਂ ਲਾਈਟ ਦੇ ਸਹਾਰੇ ਨਹੀਂ ਰਹਿਣਾ, ਜਦ ਤੱਕ ਲਾਈਟ ਆਉਂਦੀ ਹੈ ਸਵੇਰੇ 4 ਵਜੇ ਆਉਂਦੀ ਹੈ, ਪਤਾ ਨਹੀਂ ਆਪਾਂ ਪਾਣੀ ਲਗਾ ਪਾਉਂਦੇ ਹਾਂ, ਕਿਉਂਕਿ ਇਸ 'ਚ ਇੱਕ ਵਾਰ ਦਿਨ 'ਚ ਪਾਣੀ ਅਸੀਂ ਬਦਲਵਾਉਂਦੇ ਹਾਂ, ਮਤਲਬ 2 ਵਾਰ ਪਾਣੀ ਲੱਗਦਾ ਹੈ। ਤਾਂ ਅਗਰ 1 ਘੰਟਾ ਤੁਸੀਂ ਜਨਰੇਟਰ ਚਲਾਉਂਦੇ ਹੋ, ਖਾਲਾਂ 'ਚ ਪਾਣੀ ਭਰਦੇ ਹੋ, ਤਾਂ ਸਰ ਜੀ ਦੀ ਗੱਲ ਬਿਲਕੁਲ ਸਹੀ ਹੈ ਕਿ 6,000 ਰੁਪਏ ਆਪਣਾ ਦਿਹਾੜੀ ਦਾ ਖਰਚਾ ਆ ਗਿਆ। ਮੈਂ ਗੱਲ ਨੂੰ ਬੜੀ ਕਰਦਾ, ਠੀਕ ਹੈ ਜੀ। 10 ਦਿਨ ਅਗਰ ਆਪਾਂ ਨੇ ਚਲਾਇਆ, ਐਸਾ ਨਹੀਂ ਹੈ ਕਿ ਮੋਟਰਾਂ ਨਹੀਂ ਚੱਲਦੀਆਂ, ਮੋਟਰਾਂ ਵੀ ਚੱਲਦੀਆਂ, ਆਪਣਾ ਪਾਣੀ ਲੱਗਦਾ, ਸਭ ਕੁਝ ਲੱਗਦਾ। ਫਿਰ ਵੀ ਮੈਂ ਇੱਕ ਮੰਨ ਕੇ ਚੱਲਦਾ, ਜਿਹੜੇ ਪਹਿਲੇ 5-7-10 ਦਿਨ ਸ਼ੁਰੂਆਤੀ ਦੌਰ ਜਿਹੜਾ ਹੁੰਦਾ ਜਿਸ ਨੂੰ ਆਪਾਂ ਕਹਿੰਦੇ ਆ, ਉਸ 'ਚ ਆਪਾਂ ਰਿਸਕ ਨਹੀਂ ਲੈ ਸਕਦੇ ਕਿ ਬਈ, ਕਿਉਂਕਿ ਪੌਦ ਕੀ ਹੁੰਦਾ, ਪੌਦ ਹੁੰਦੀ ਨਹੀਂ, ਉਹ ਬੀਜ ਹੁੰਦਾ। ਬੀਜ ਨੂੰ ਜਮਾਣਾ ਆਪਾਂ ਨੇ, ਉਸਦਾ ਜੋ ਵੀ ਪ੍ਰੋਸੀਜਰ ਹੈ ਉਹ ਸਾਡੇ ਟ੍ਰੇਨਿੰਗ ਕੈਂਪ 'ਚ ਅਸੀਂ ਪੂਰਾ ਕਵਰ ਕਰਦੇ ਹਾਂ, ਇੱਕ ਇੱਕ ਚੀਜ਼ ਅਸੀਂ ਗਾਈਡ ਕਰਦੇ ਹਾਂ। ਬਟ ਕਿਉਂਕਿ ਅੱਜ ਦਾ ਮਕਸਦ ਸਿਰਫ ਕੁਝ ਗੱਲਾਂ ਹੋਰ ਸਾਂਝੀਆਂ ਕਰਨਾ ਹੈ, ਉਹ ਟ੍ਰੇਨਿੰਗ ਦੇਣਾ ਨਹੀਂ ਹੈ। ਮੈਂ ਤੁਹਾਨੂੰ ਮੋٹے ਤੌਰ ਤੇ ਸਮਝਾਵਾਂਗਾ। ਜਿਹੜਾ ਐਂਡ 'ਚ ਮੈਂ ਤੁਹਾਨੂੰ 16,000 ਰੁਪਏ ਇੱਕ ਦੱਸਿਆ ਕਿ ਬਈ ਇਸ ਨੂੰ ਪਰਚੂਨ ਖਰਚਾ ਸਮਝ ਲਓ, ਉਹ ਚਾਹੇ ਤੁਹਾਡਾ ਪਾਣੀ ਲਗਾਉਣ ਦਾ ਖਰਚਾ ਆ ਗਿਆ, ਕੋਈ ਹੋਰ ਟਾਵਾ ਟਿੱਕਾ ਕੋਈ ਹੋਰ ਦਿਮਾਗ 'ਚ ਆ ਜਾਂਦੀ ਹੈ, ਜਿਹੜਾ ਕਿ ਅਸੀਂ ਲੋਕ ਮੰਨ ਕੇ ਚੱਲਦੇ ਹਾਂ ਕਿ ਬਹੁਤ ਐਸੇ ਖਰਚੇ ਹੁੰਦੇ ਜਿਹੜੇ ਕਿ ਆਪਾਂ ਰੂਟੀਨ 'ਚ ਗਿਣਤੀ 'ਚ ਨਹੀਂ ਲੈਂਦੇ। ਤਾਂ ਉਸ 'ਚ ਇੱਕ ਇਹ ਵੀ ਖਰਚਾ ਜਨਰੇਟਰ ਦਾ ਜਾਂ ਡੀਜ਼ਲ ਦਾ ਆਪਾਂ ਮੰਨ ਕੇ ਚੱਲੋ। ਘੰਟੇ ਆਪਾਂ ਖੜੇ ਖੜੇ ਜਨਰੇਟਰ ਚਲਾਉਂਦੇ ਆ, 3-4 ਲੀਟਰ ਡੀਜ਼ਲ, ਅੱਜ ਕੱਲ ਬੜੇ ਟਰੈਕਟਰ ਹੈ 50-55 ਪਾਵਰ ਵਾਲੇ, 3 ਤੋਂ 4 ਲੀਟਰ ਖੜੇ ਖੜੇ ਡੀਜ਼ਲ ਖਾ ਜਾਂਦੇ ਆ। ਤਾਂ 400 ਰੁਪਏ ਦਾ ਖਰਚਾ ਹੋ ਗਿਆ ਅੰਦਾਜ਼ਾ। ਤੇ ਅਗਰ ਮਤਲਬ ਘੰਟਾ ਵੀ ਚੱਲਿਆ ਜਾਂ 2 ਘੰਟੇ ਵੀ ਚੱਲਿਆ, 700-800, 1000 ਮੰਨ ਲਓ, 10,000 ਮੰਨ ਲਓ, 15,000 ਮੰਨ ਲਓ, ਕੋਈ ਦਿੱਕਤ ਨਹੀਂ। 80,000 ਰੁਪਏ ਜਿਹੜਾ ਅੱਜ ਦੀ ਘੜੀ ਦਾ ਇੱਕ ਮੋਟਾ ਜਿਹਾ ਸਾਡਾ ਨਿਚੋੜ ਹੈ ਕਿ ਜਿਹੜਾ ਤੁਹਾਡਾ 100 ਕਿੱਲੇ ਮਗਰ ਖਰਚਾ ਆਏਗਾ, ਮਤਲਬ 800 ਰੁਪਏ ਕਿੱਲੇ ਦਾ ਅਸੀਂ ਇੱਕ ਜਿਹੜਾ ਲੈ ਕੇ ਚੱਲੇ ਹੋਏ ਆ। ਉਹ 750 ਰਹਿ ਜੇ, 850 ਹੋਣ ਦੇ ਚਾਂਸ ਘੱਟ ਹੈ। ਅਸੀਂ ਵਧਵਾ ਪਾਸਾ ਹੀ ਥੋੜਾ ਜਿਹਾ ਲੈ ਕੇ ਚੱਲਦੇ ਹਾਂ, ਤਾਂ ਕਿ ਬਾਅਦ ਚੋਂ ਕੋਈ ਕਿੰਤੂ ਪਰੰਤੂ ਨਾ ਹੋਵੇ ਕਿ ਜੀ ਤੁਸੀਂ ਤਾਂ ਆਏ ਸੀ 800 ਕਹਿ ਗਏ, ਇਹਦਾ ਮੇਰਾ 1000 ਹੋ ਗਿਆ। ਨਹੀਂ, 10, 20, 25 ਦਾ ਕਹਿ ਨਹੀਂ ਸਕਦੇ, ਬਟ ਤਕਰੀਬਨ 800 ਇੱਕ ਮੈਕਸਿਮਮ ਲਿਮਿਟ ਹੈ ਜੋ ਅਸੀਂ ਨਾਰਮਲੀ ਕੈਲਕੂਲੇਟ ਕਰਕੇ ਚੱਲਦੇ ਹਾਂ। ਸੋ ਇਹ ਗੱਲ ਬੜੀ ਵਧੀਆ ਕੀਤੀ ਹਰਮੇਲ ਜੀ ਨੇ ਕਿ ਦੇਖੋ ਜੀਰੀ ਦਾ ਜਿਹੜਾ ਕੰਮ ਹੈ, ਜਿਵੇਂ ਕਿ ਮੈਂ ਸਭ ਤੋਂ ਸ਼ੁਰੂਆਤੀ ਗੱਲ ਕੀ ਸੀ ਕਿ ਜੀਰੀ ਦਾ ਕੰਮ ਕੋਈ ਸੌਖਾ ਕੰਮ ਨਹੀਂ ਰਿਹਾ। ਹਾਂ, ਮੈਂ ਜ਼ਰੂਰ ਇਸ ਸੰਬੰਧਿਤ ਗੱਲਾਂ ਕਰ ਰਿਹਾ, ਤੇ ਜਿਹੜਾ ਉਹਨਾਂ ਦਾ ਸੋਚ ਹੈ ਉਹ ਓਵਰਆਲ ਜਨਰਲ ਇੱਕ ਆਪਾਂ ਕਿਸਾਨਾਂ ਨੂੰ ਲੈ ਕੇ ਹੈ ਕਿ ਬਈ ਆਪਾਂ ਕਿੱਧਰ ਤੁਰੇ ਹੋਏ ਆ। ਸੋ ਮੇਰੀ ਗੱਲ ਸਿਰਫ ਜਿਹੜਾ ਹੈਗਾ ਫੋਕਸ ਜ਼ਿਆਦਾ ਹੈਗਾ ਮਸ਼ੀਨਾਂ ਦੇ, ਮੈਂ ਕੰਪੈਰੀਜ਼ਨ 'ਚ ਤੁਹਾਨੂੰ ਗੱਲ ਕਰ ਰਿਹਾ। ਆਪਾਂ ਅੱਗੇ ਵਧਦੇ ਹਾਂ। ਇੱਕ ਚੀਜ਼ ਤਾਂ ਹੁਣ ਸਮਝ ਆਉਂਦੀ ਹੈ ਕਿ ਉਹ ਅਗਲੀ ਗੱਲ ਹੈ ਕਿ ਆਪਣੇ ਲਈ ਜੀਰੀ ਬਈ ਕਿੰਨੀ ਕੁ ਫਾਇਦੇਮੰਦ ਹੈ ਸਰਕਾਰੀ ਤੌਰ ਤੇ, ਜਾਂ ਉਹ ਮੁੱਦੇ ਇੱਕ ਅਲੱਗ ਹੈ। ਫਿਲਹਾਲ ਤਾਂ ਮੈਂ ਇਹ ਸਮਝਾਉਣਾ ਚਾਹੁੰਦਾ ਕਿ ਅਗਰ ਤੁਸੀਂ ਜਦ ਤੱਕ ਜੀਰੀ ਲਗਾ ਰਹੇ ਹੋ ਔਰ ਲੇਬਰ ਤੋਂ ਲਗਵਾ ਰਹੇ ਹੋ, ਉਸ ਨਾਲੋਂ ਅਗਰ ਤੁਸੀਂ ਇਹ ਮਸ਼ੀਨਾਂ ਨਾਲ ਲਗਾਉਂਦੇ ਹੋ ਤਾਂ ਉਸ ਦਾ ਫਾਇਦਾ ਹੈ। ਹੁਣ ਫਾਇਦਾ ਹੋਰ ਕੀ ਹੈ?
ਬਈ ਤੁਸੀਂ 4 ਲੱਖ ਰੁਪਏ ਖਰਚਣਾ ਸੀ, 80,000 ਰੁਪਏ ਤੇ ਰਹਿ ਗਏ, 320 ਦਾ ਫਾਇਦਾ ਹੈਗਾ। ਇਹਦਾ ਕੈਲਕੂਲੇਸ਼ਨ ਸਮਝ ਆ ਗਈ? ਠੀਕ ਹੈ ਜੀ। ਆਪਾਂ ਮੰਨ ਕੇ ਚੱਲਦੇ ਆਂ ਇਹ ਮਸ਼ੀਨ ਅੱਜ ਆਪਣੀ ਹੈਗੀ 3.5 ਲੱਖ ਰੁਪਏ ਦੀ। 50,000 ਰੁਪਏ ਹੋਰ ਸਾਜੋ ਸਮਾਨ ਜੋ ਆਪਾਂ ਨਾਲ ਜੋੜਦੇ ਆਂ, ਫਰਮੇ ਬਣਾ ਲਏ, ਪੋਲੀਥੀਨ ਲੈ ਲਏ, ਹੋਰ ਕੋਈ ਖਰਚਾ 20-50,000 ਦਾ ਹੋਰ ਜੋੜ ਕੇ ਚੱਲੋ ਕਿ ਜਦ ਆਪਾਂ ਨੇ ਕੰਮ ਤੋਰਨਾ ਹੈ। ਮੰਨ ਲਓ 50,000 ਖੁੱਲਾ ਖਰਚਾ ਹੋਰ ਲਗਾ ਲਓ, ਕਿੰਨਾ ਹੋ ਗਿਆ ਜੀ? 4 ਲੱਖ ਰੁਪਏ। ਕਿ ਅਗਰ ਤੁਸੀਂ 4 ਲੱਖ ਰੁਪਏ ਲਗਾਉਂਦੇ ਹੋ ਤਾਂ 80,000 ਰੁਪਏ ਚ ਤੁਹਾਡੇ 100 ਕਿੱਲਾ ਲੱਗ ਜਾਂਦਾ ਹੈ। ਉਹ ਹੁਣ ਤੁਹਾਡੀ ਹਿੰਮਤ ਹੈ ਕਿ 100 ਲਗਾਣਾ ਹੈ, 125 ਲਗਾਣਾ ਹੈ, 150 ਲਗਾਣਾ ਹੈ। ਇਹ ਮੈਂ 100 ਕਿੱਲੇ ਦਾ ਤੁਹਾਨੂੰ ਪ੍ਰੋਜੈਕਸ਼ਨ ਦੇ ਕੇ ਚੱਲ ਰਹੇ ਹਾਂ, ਠੀਕ ਹੈ ਜੀ। ਅਗਰ ਤੁਸੀਂ ਵੱਧ ਕੰਮ ਕਰ ਸਕਦੇ ਹੋ, ਕਿਰਾਇਆ ਵੱਧ ਕਰ ਸਕਦੇ ਹੋ, ਤਾਂ ਨੋ ਡਾਊਟ ਇਸ ਦਾ ਹੋਰ ਫਾਇਦਾ ਨਜ਼ਰ ਆ ਜਾਏਗਾ। ਲੇਕਿਨ ਆਪਾਂ 100 ਕਿੱਲੇ ਤੱਕ ਹੀ ਸੀਮਿਤ ਗੱਲ ਕਰ ਰਹੇ ਹਾਂ, ਜਿਹੜੀ ਕਿ ਆਰਾਮ ਨਾਲ ਆਪਾਂ ਕਰ ਸਕਦੇ ਹਾਂ। ਹੁਣ ਆ ਜਾਂਦੀ ਹੈ ਗੱਲ ਅਗਲੀ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜੀਰੀ ਦਾ, ਕਿਆ ਲੇਬਰ ਦਾ ਹੀ ਇਹ ਹੱਲ ਹੈ ਕਿ ਹੋਰ ਵੀ ਕੋਈ ਇਸ ਦੇ ਵਾਧੇ ਹੈਗੇ? ਇਹਦਾ ਆਪਾਂ ਹੁਣ ਗੱਲ ਕਰ ਲਈ ਵੀ ਲੇਬਰ ਐਨੇ ਚ, ਇਹ ਖਰਚਾ ਐਨੇ ਚ, ਤੇ ਐਨਾ ਕੁ ਆਪਣਾ ਫਾਇਦਾ ਹੋ ਗਿਆ। ਇਸ ਤੋਂ ਇਲਾਵਾ ਕੋਈ ਆਪਾਂ ਨੂੰ ਲੱਗਦਾ ਕਿ ਇਸ ਨਾਲ ਜੀਰੀ ਲਗਾਈਏ ਤਾਂ ਆਪਣਾ ਕੀ ਫਾਇਦਾ ਹੋ ਸਕਦਾ? ਕੋਈ ਕਿਸਾਨ ਵੀ ਇਸ ਤੇ ਚਾਨਣਾ ਪਾਣਾ ਚਾਹੇਗਾ? ਇਸ ਤੋਂ ਇਲਾਵਾ ਕੋਈ ਵਾਧਾ ਲੱਗਦਾ ਹੈ? ਹਾਂਜੀ, ਹਾਂ ਬਿਲਕੁਲ, ਸਰਦਾਰ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ। ਅੱਜ ਦੀ ਘੜੀ ਜਿਹੜੀ ਰਿਸਰਚ ਹੈ, ਇਸ ਨੂੰ ਮੈਂ ਥੋੜਾ ਜਿਹਾ ਤੁਹਾਨੂੰ, ਰਿਸਰਚ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਹਰਮੇਲ ਜੀ ਨੇ ਜਿਵੇਂ ਗੱਲਾਂ ਕੀਤੀਆਂ ਤਾਂ ਥੋੜਾ ਜਿਹਾ ਮੈਂ ਹੁਣ ਉਸ ਨੂੰ ਹੋਰ ਡਿਟੇਲ ਚ ਸਮਝਾਵਾਂਗਾ। ਇੱਕ ਆਪਣੇ ਦੁਨੀਆ 'ਚ SRI ਮੈਥਡ ਹੈ। SRI ਮੈਥਡ ਕੀ ਕਹਿੰਦਾ ਹੈ ਤਾਂ ਬੜਾ ਪੁਰਾਣਾ, ਕੋਈ ਇਹ ਨਵੀਂ ਗੱਲ ਨਹੀਂ ਹੈ। ਉਹ ਕਹਿੰਦਾ ਲਾਈਨ 'ਚ ਜੀਰੀ ਲਗੇ। ਲਾਈਨ 'ਚ ਜੀਰੀ ਕਿਉਂ ਲਗਾਉਣ ਨੂੰ ਕਹਿੰਦੇ ਆ? ਸਭ ਤੋਂ ਜ਼ਿਆਦਾ ਜਿਹੜੀ ਬਿਮਾਰੀ ਲੱਗਦੀ ਹੈ ਜੀਰੀ ਨੂੰ, ਕਿਸ ਕਾਰਨ ਲੱਗਦੀ ਹੈ? ਜਿਹੜੀ ਬਿਮਾਰੀਆਂ ਲੱਗਦੀਆਂ ਜੀਰੀ ਨੂੰ ਕਿਸ ਕਾਰਨ ਲੱਗਦੀਆਂ? ਹਾਂਜੀ, ਹਾਂ, ਬਿਨਾਂ ਲਾਈਨ ਤੋਂ, ਜਿਹੜੀ ਲੇਬਰ ਤੋਂ ਆਪਾਂ ਲਗਾਉਂਦੇ ਆ, ਹਵਾ ਨਹੀਂ ਲੱਗਦੀ। ਅਗਰ ਆਪਾਂ ਇਹੀ ਕੰਮ ਲਾਈਨ ਸਿਰ ਲਗਾਈਏ, ਹਵਾ लगेगी, ਕ੍ਰਾਸ ਹੋ ਜਾਂਦੀ ਹੈ, ਇਧਰੋਂ ਵੀ ਆ ਰਹੀ ਹੈ, ਇਧਰੋਂ ਵੀ ਆ ਰਹੀ ਹੈ। ਇਹ ਜਿਹੜਾ ਮਸ਼ੀਨ ਨਾਲ ਜੀਰੀ ਲਗਾਉਣ ਦਾ ਸਿਸਟਮ ਹੈ, ਉਹ ਲਾਈਨ ਸਿਰ ਲੱਗਦੀ ਹੈ। ਬੂਟੇ ਟੂ ਬੂਟਾ ਫਾਸਲਾ, ਜਿਵੇਂ ਹੁਣ ਤੁਸੀਂ ਮੰਨ ਲਓ ਅੱਜ ਕੱਲ ਕਿਸੇ ਜ਼ਮਾਨੇ 'ਚ ਤਾਂ ਇੱਕ ਅੱਧਾ ਸੀਡ ਆਉਂਦਾ ਸੀ, ਸਾਰੀ ਜਨਤਾ ਉਹੀ ਲਗਾਉਂਦੀ ਸੀ। ਕਿਉਂ ਲਗਾਉਂਦੀ ਸੀ? ਕਿਉਂਕਿ ਜਿਵੇਂ ਪੂਸਾ ਦੀ ਆਪਾਂ ਗੱਲ ਕਰੀਏ ਵੀ ਉਹ ਬੁੱਝਾ ਵੱਧ ਮਾਰਦੀ ਹੈ, ਜੀਰੀ ਛਿੱਦੀ ਲੱਗਦੀ ਸੀ, ਅਗਲਾ ਕਹਿੰਦਾ ਚੱਲ ਆਪਣਾ ਝਾੜ ਆ ਜਾਏਗਾ। ਲੇਕਿਨ ਅੱਜ ਦੀ ਡੇਟ 'ਚ ਅਗਰ PR ਵੈਰਾਈਟੀ ਤੁਸੀਂ ਲੇਬਰ ਤੋਂ ਲਗਾਉਂਦੇ ਹੋ ਤਾਂ ਅਗਰ ਉਹ ਛਿੱਦੀ ਲਗਾ ਜਾਂਦੀ ਹੈ, ਕੀ ਹੁੰਦਾ? ਝਾੜ ਘਟ ਜਾਂਦਾ। ਉਸ ਦਾ ਹੱਲ ਕੀ ਹੈ? ਕਿਉਂਕਿ ਯੂਨੀਵਰਸਿਟੀ ਕੀ ਕਹਿੰਦੀ ਹੈ ਕਿ 6 ਇੰਚ ਤੇ ਬੂਟਾ ਲੱਗਣਾ ਚਾਹੀਦਾ। PR ਵੈਰਾਈਟੀ 121, 24, 26 ਜਿਹੜੇ ਵੀ ਸੀਡ ਹੈਗੇ PR ਸੀਡ, 6 ਇੰਚ ਤੇ ਬੂਟਾ ਲੱਗਣਾ ਚਾਹੀਦਾ। ਬੂਟੇ ਟੂ ਬੂਟਾ ਫਾਸਲਾ ਕਿੰਨਾ ਚਾਹੀਦਾ? 6 ਇੰਚ। ਕਿਆ ਲੇਬਰ ਤੋਂ ਤੁਸੀਂ ਉਮੀਦ ਕਰ ਸਕਦੇ ਹੋ 6 ਇੰਚ ਤੇ ਬੂਟਾ ਲਗਾਣਾ? ਬਿਲਕੁਲ ਨਹੀਂ ਲਗਾ ਸਕਦੀ। ਮਸ਼ੀਨ ਨਾਲ ਤੁਸੀਂ ਲਗਾ ਸਕਦੇ ਹੋ। 5 ਇੰਚ ਤੇ ਲਗਾਓ, 6 ਇੰਚ ਤੇ ਲਗਾਓ, 7 ਇੰਚ ਤੇ, ਜੈਸਾ ਬੀਜ ਹੈ ਉਸੀ ਤੁਸੀਂ ਪਲਾਂਟ ਟੂ ਪਲਾਂਟ ਸੈਟਿੰਗ ਕਰ ਸਕਦੇ ਹੋ। ਲੇਬਰ ਨੂੰ ਤੁਸੀਂ ਕਹਿ ਸਕਦੇ ਹੋ ਵੀ ਤੂੰ ਬੂਟਾ ਇੰਨਾ ਕੁ ਡੂੰਘਾ ਲਗਾਣਾ। ਕਦੀ ਆਪਾਂ ਗੌਰ ਕਰਦੇ ਹਾਂ ਇਸ ਗੱਲ ਵੱਲ? ਹੁਣ ਮੈਂ ਗੱਲ ਕਿਸ ਦੀ ਕਰਾਂਗਾ? ਮਸ਼ੀਨ ਬਾਰੇ, ਕਿਉਂਕਿ ਜਿਹੜਾ ਲੇਬਰ ਤੋਂ ਲਗਵਾਈ ਦਾ ਤਜਰਬਾ ਮੇਰੇ ਨਾਲੋਂ ਵੱਧ ਤੁਹਾਨੂੰ ਜ਼ਿਆਦਾ, ਠੀਕ ਹੈ ਨਾ। ਮੇਰਾ ਤਜਰਬਾ ਕਿਸ 'ਚ ਹੈ? ਇਸ 'ਚ। ਇਸ ਮਸ਼ੀਨ ਨਾਲ ਜਿਹੜੀ ਤੁਸੀਂ ਆਮ ਲੇਬਰ ਤੋਂ ਬੂਟਾ ਲਗਵਾਉਂਦੇ ਹੋ ਉਸ ਦੀ ਕੋਈ ਜੜ ਨਹੀਂ ਹੁੰਦੀ, ਕੋਈ ਮਿੱਟੀ ਨਹੀਂ ਹੁੰਦੀ, ਖਾਲੀ ਡੱਕਾ ਲੱਗਦਾ। ਇਹ ਜਿਹੜੀ ਪੌਦ ਲੱਗਦੀ ਹੈ ਕਿਵੇਂ ਲੱਗਦੀ ਹੈ? 1 ਇੰਚ ਮਿੱਟੀ ਨਾਲ ਹੁੰਦੀ ਹੈ, ਜੜ ਨਾਲ ਹੁੰਦੀ ਹੈ। ਕਿਉਂਕਿ ਜਦ ਮਸ਼ੀਨ ਨੇ ਲਗਾਣਾ ਤਾਂ ਕਿਵੇਂ ਲਗਾਣਾ? ਮਿੱਟੀ ਸਮੇਤ ਲਗਾਣਾ ਔਰ ਜੜ ਸਮੇਤ ਲੱਗਦਾ। ਹੁਣ ਇਹ ਚੀਜ਼ ਦਾ ਫਰਕ ਕੀ ਹੈ? ਬੜੇ ਧਿਆਨ ਨਾਲ ਸਮਝਿਓ। ਪਹਿਲੀ ਗੱਲ ਤਾਂ ਜਿਹੜੀ ਮੈਂ ਗੱਲ ਕਰ ਰਿਹਾ ਸੀ, ਜਿੰਨੀ ਜੜ ਹੈ, ਜੜ ਮਤਲਬ ਜਿੰਨੀ ਕੁ ਮਿੱਟੀ ਹੈ, ਵੱਧ ਤੋਂ ਵੱਧ 1 ਇੰਚ, ਅੱਧਾ ਇੰਚ ਵੀ ਲਗੇ ਤਾਂ ਵੀ, ਕਿਉਂਕਿ ਹਲਕੀ ਜੀ ਪਕੜ ਹੀ ਚਾਹੀਦੀ ਹੈ ਮਿੱਟੀ 'ਚ। ਜ਼ਿਆਦਾ ਡੂੰਘਾ ਲੱਗ ਜਾਏਗਾ, ਉਹੀ ਕੀ ਹੋਏਗਾ? ਉਸ ਨੂੰ ਤੁਰਨ 'ਚ ਟਾਈਮ ਲੱਗੇਗਾ, ਦਿੱਕਤ ਆਏਗੀ, ਲੇਟ ਤੁਰੇਗੀ। ਫਿਰ ਆਪਣੇ ਘਬਰਾਹਟ ਵੱਧਦੀ ਜਾਂਦੀ ਹੈ ਕਿ ਯਾਰ ਇਹ ਤਾਂ ਤੁਰ ਨਹੀਂ ਰਹੀ, ਇਹਦਾ ਇੰਨਾ ਟਾਈਮ ਹੋ ਗਿਆ। ਤੁਰੇਗੀ ਲੇਕਿਨ ਥੋੜਾ ਜਿਹਾ ਟਾਈਮ ਵੱਧ ਲਏਗੀ। ਸੋ ਇਸ ਕਰਕੇ ਜਿਹੜਾ ਡੂੰਘਾਪਣ ਹੈ ਉਹ ਇਸ ਨਾਲ ਸੈੱਟ ਕਰ ਸਕਦੇ ਹੋ। ਬੂਟੇ ਟੂ ਬੂਟਾ ਸੈੱਟ ਕਰ ਸਕਦੇ ਹੋ।
ਕਿੰਨੇ ਬੁੱਟੇ ਲਗਾਣੇ ਆ ਇੱਕ ਜਗ੍ਹਾ ਉਹ ਵੀ ਸੈਟਿੰਗ ਕਰ ਸਕਦੇ ਹੋ। ਲੇਬਰ ਤੋਂ ਵੱਧ ਆਪਾਂ ਇੱਕ ਬੂਟਾ ਹੀ ਲੱਗਦਾ, ਉਹ ਚੱਲ ਗਿਆ ਜਾਂ ਮਰ ਗਿਆ, ਗੱਲ ਖਤਮ। ਇਸ ਨਾਲ ਇੱਕ ਜਗ੍ਹਾ ਤੇ ਕਿੰਨੇ ਘੱਟ ਤੋਂ ਘੱਟ 3 ਤੋਂ 4 ਬੂਟੇ ਲੱਗਦੇ ਇੱਕ ਜਗ੍ਹਾ ਤੇ, ਤਾਂ ਕਿ ਅਗਰ ਇੱਕ ਜੜ ਨਹੀਂ ਚੱਲੀ, 2 ਨਹੀਂ ਚੱਲੀ, ਤੀਜੀ ਤਾਂ ਚੱਲੇਗੀ। ਸਮਝ ਆ ਰਹੀ ਹੈ ਮੇਰੀ ਗੱਲ? ਸੋ ਇਹ ਇੱਕ ਹੋਰ ਵਾਧਾ ਹੈ। ਹੋਰ ਖੇਤ ਤੁਹਾਡਾ ਕਿਸੇ ਵੀ ਤਰ੍ਹਾਂ ਦਾ, ਕਿਸੇ ਦੀ ਤਰ੍ਹਾਂ ਦਾ ਮਤਲਬ ਅਸੀਂ ਜੋ ਕਹਿੰਦੇ ਆ ਲੇਜ਼ਰ ਲੈਵਲ ਜ਼ਰੂਰੀ ਹੈ, ਕੱਦੂ ਟਾਈਟ ਚਾਹੀਦਾ ਹੈ, ਜੋ ਅਸੀਂ ਟ੍ਰੇਨਿੰਗ 'ਚ ਸਮਝਾਉਂਦੇ ਆ। ਤਾਂ ਕਿਸੇ ਵੀ ਤਰ੍ਹਾਂ ਦਾ ਮਤਲਬ ਮੰਨ ਲਓ ਆਮ ਤੌਰ ਤੇ ਲੇਬਰ ਤੁਹਾਡੇ ਤੋਂ ਕਿਵੇਂ ਦਾ ਖੇਤ ਭਾਲਦੀ ਹੈ? ਪੋਲਾ ਖੇਤ ਭਾਲਦੀ ਹੈ, ਨਰਮ ਭਾਲਦੀ ਹੈ। ਕਾਰਨ ਕਿਉਂਕਿ ਅੰਗੂਠੇ ਨੇ ਜਾਣਾ ਵਿੱਚ। ਇਹੀ ਅਗਰ ਟਾਈਟ ਹੋ ਜੇ, 2-3 ਦਿਨ ਕੱਦੂ ਫਾਲਤੂ ਰਹਿ ਜੇ, ਤੁਸੀਂ ਕੀ ਕਰਦੇ ਹੋ ਫਿਰ? ਦੁਆਰ ਤੋਂ ਕੱਦੂ ਕਰਦੇ ਹੋ। 1 ਕਿੱਲੇ ਨੂੰ ਕੱਦੂ ਕਰਨ ਪਿੱਛੇ ਕਿੰਨਾ ਖਰਚਾ ਆ ਜਾਂਦਾ ਹੈ? 1000 ਰੁਪਇਆ ਲੱਗ ਜਾਂਦਾ ਹੈ। ਉਹ ਆਪਣਾ ਖਰਚਾ ਫਿਰ ਦੁਆਰ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਮਸ਼ੀਨ ਨਾਲ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਤੁਹਾਡਾ ਕੱਦੂ 2 ਦਿਨ ਦਾ ਹੋ ਗਿਆ, 3 ਦਿਨ, ਕਰੀ ਜਾਓ, ਛੱਡੀ ਜਾਓ। ਹਾਂ, ਬਕਾਇਦਾ ਕਿ ਬਹੁਤ ਜ਼ਿਆਦਾ ਰੇਤਲੀ ਜ਼ਮੀਨ ਨਹੀਂ ਹੈ, ਬਿਲਕੁਲ ਹੀ ਰੇਤਾ ਨਹੀਂ ਹੈ, ਉਸ 'ਚ ਨਾਲ ਦੀ ਨਾਲ ਹੀ ਚਾਹੀਦਾ। ਜਿਹੜਾ ਆਮ ਡਾਕਰ ਜ਼ਮੀਨ ਨੂੰ ਤਾਂ ਚਾਹੇ ਤੁਸੀਂ ਹਫ਼ਤੇ ਬਾਅਦ ਕਰ ਲਓ, ਕਿਉਂਕਿ ਇਸ ਨੂੰ ਜਿਹੜੀ ਧਰਤੀ ਚਾਹੀਦੀ ਹੈ, ਖੇਤ ਤਿਆਰ ਚਾਹੀਦਾ ਹੈ, ਉਹ ਕਿਵੇਂ ਦਾ ਚਾਹੀਦਾ ਹੈ? ਟਾਈਟ ਚਾਹੀਦਾ ਹੈ। ਪਾਣੀ ਚਾਹੇ 1 ਇੰਚ ਹੋਵੇ, ਕੋਈ ਟੋਭਾ ਨਹੀਂ ਚਾਹੀਦਾ। ਠੀਕ ਹੈ ਜੀ, ਗੱਲ ਨੂੰ ਸਮਝ ਆ ਗਈ ਸਭ ਨੂੰ ਮੇਰੀ ਗੱਲ? ਠੀਕ। ਹੁਣ ਇਹ ਹੋ ਗਈ ਮਸ਼ੀਨ ਨਾਲ ਹੋਰ ਫਾਇਦੇ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਵੀ ਹਵਾ ਦੀ ਕ੍ਰਾਸਿੰਗ ਹੋ ਜਾਂਦੀ ਹੈ, ਇਸ 'ਚ ਜੋ ਵੀ ਤੁਸੀਂ ਮਟੀਰੀਅਲ ਪਾਉਂਦੇ ਹੋ ਆਪਣੀ ਹੱਥ ਵਾਲੀ ਲਗਵਾਈ ਨਾਲ, ਉਹ ਚਾਹੇ ਯੂਰੀਆ, ਰੇ, ਖਾਦ, ਜੋ ਵੀ ਤੁਸੀਂ ਪਾਉਂਦੇ ਹੋ, ਇਸ 'ਚ ਘੱਟ ਤੋਂ ਘੱਟ 1 ਥੈਲਾ ਤੁਸੀਂ ਬਚਾ ਸਕਦੇ ਹੋ। ਜੋ ਵੀ ਰੇਸ਼ੋ ਤੁਸੀਂ ਪਾਉਂਦੇ ਹੋ, 1 ਥੈਲਾ ਮਤਲਬ ਕਿਸੇ ਚੀਜ਼ ਦੇ ਅਗਰ 2 ਥੈਲੇ ਪਾ ਰਹੇ ਹੋ ਤਾਂ ਇਸ 'ਚ ਅੱਧਾ ਥੈਲਾ, ਮਤਲਬ 25 ਪੈਸੇ ਮਾਲ ਘੱਟ ਪਾਓਗੇ ਤਾਂ ਵੀ ਇਸ ਨੂੰ ਕੋਈ ਦਿੱਕਤ ਨਹੀਂ ਹੈ, ਕਿਉਂਕਿ ਇਸ ਦੀ ਜੜ ਪਹਿਲਾਂ ਹੀ ਬਣੀ ਹੋਈ ਹੈ। ਜਿਹੜੀ ਤੁਸੀਂ ਲਗਾਉਂਦੇ ਹੋ ਉਸ 'ਚ ਜੜ ਇੱਕ ਵਾਰ ਆਪਾਂ ਪੱਟ ਦਿੰਦੇ ਆ। ਸਮਝ ਆ ਰਹੀ ਹੈ ਗੱਲ? ਸੋ ਇਸ ਨੂੰ ਮਾਲ ਘੱਟ ਵੀ ਪਾਓਗੇ ਤਾਂ ਇਹ ਨਹੀਂ, ਕਈ ਲੋਕ ਅਸੀਂ ਬਾਰ-ਬਾਰ ਸਮਝਾਉਂਦੇ ਆ, ਲੇਕਿਨ ਆਮ ਕਿਸਾਨ ਇਸ ਤੇ ਤਸੱਲੀ ਨਹੀਂ ਹੁੰਦੀ, ਅਗਲਾ ਉਨਾ ਹੀ ਮਾਲ ਫੇਰ ਪਾ ਦਿੰਦਾ ਕਿ ਬਈ ਕੋਈ ਕਸਰ ਨਾ ਰਹਿ ਜੇ, ਉਹ ਅਗਲੀ ਗੱਲ ਹੈ, ਲੇਕਿਨ ਬਚਤ ਕਰ ਸਕਦੇ ਹੋ। ਹੁਣ ਐਂਡ 'ਚ ਘੁੰਮ ਫਿਰ ਕੇ ਸਾਰੀਆਂ ਗੱਲਾਂ ਆ ਗਈਆਂ ਵੀ ਆਪਾਂ ਨੇ ਲੇਬਰ ਦੀ ਗੱਲਾਂ ਕਰ ਲੀਆਂ, ਆਪਾਂ ਨੇ ਲਗਵਾਈ ਕਰ ਲਈ, ਲਾਈਨ ਵਾਰ ਲੱਗ ਗਈ, ਸਹੀ ਡੂੰਘਾਈ ਤੇ ਲੱਗ ਗਈ, ਕਾਠੇ ਖੇਤ 'ਚ ਲੱਗ ਗਈ, ਹੋਰ ਸਪਰੇਅ ਕਰਨੀ ਬਹੁਤ ਸੌਖੀ ਹੈ, ਤੁਰੀ ਜਾਓ, ਜਿੰਨੀ ਦੇਰ 'ਚ ਆਮ ਲੇਬਰ ਤੁਹਾਡੀ 1 ਕਿੱਲਾ ਕਰੇਗੀ, ਇਸ ਦੇ 3 ਕਿੱਲੇ ਕੱਢ ਦੇਗੀ, ਕਿਉਂਕਿ ਸਿੰਪਲ ਲਾਈਨ ਸਿਰ ਤੁਰਨਾ ਹੀ ਤੁਰਨਾ। ਆਪਾਂ ਨੇ ਪੈਰ ਨਹੀਂ ਦੇਖਣਾ ਕਿ ਬਈ ਕੁਝ ਮਿੱਧਿਆ ਜਾ ਰਿਹਾ ਕਿ ਨਹੀਂ ਮਿੱਧਿਆ ਜਾ ਰਿਹਾ। ਠੀਕ ਹੈ ਜੀ। ਸਭ ਤੋਂ ਜਿਹੜੀ ਮੇਨ ਚੀਜ਼ ਹੈ, ਇਸ ਨੂੰ ਬਿਮਾਰੀ ਦੇ ਚਾਂਸਿਸ ਬਹੁਤ ਘੱਟ ਹੈ। ਅੱਜ ਮੈਂ ਫੇਸਬੁੱਕ ਤੇ ਕਈ ਗਰੁੱਪ ਮੈਂ ਫੋਲੋ ਕਰਦਾ, ਕਿਉਂਕਿ ਮੈਂ ਵੀ ਸਿੱਖਦਾ। ਇਹ ਨਹੀਂ ਕਿ ਮੈਂ ਇਕੱਲਾ ਤੁਹਾਨੂੰ ਬੋਲਣ ਆਇਆ, ਤਾਂ ਮੈਂ ਵੀ ਹਰ ਚੀਜ਼ ਨੂੰ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਕਿ ਕੀ ਚੱਲ ਰਿਹਾ। ਅੱਜ ਦੀ ਘੜੀ ਜਿਵੇਂ ਹੁਣ ਮੀਂਹ ਪੈ ਰਹੇ ਹੈ, ਸਾਰਾ ਕੁਝ ਜ਼ਿਆਦਾ ਮੀਂਹ ਪੈ ਗਏ ਤਾਂ ਕੀ ਹੋਣਾ? ਖੇਤਾਂ 'ਚ ਪਾਣੀ ਖੜ ਗਏ, ਹਵਾ ਲੱਗਣੀ ਨਹੀਂ, ਕਿਉਂਕਿ ਭਿੜ ਚੁੱਕੀ ਫਸਲ। ਐਂਡ 'ਚ ਕਿਆ ਹੋਣਾ? ਕੋਈ ਨਾ ਕੋਈ ਬਿਮਾਰੀ ਵੱਧਦੀ ਹੈ। ਠੀਕ ਹੈ ਜੀ। ਇਸ ਮਸ਼ੀਨ ਨਾਲ ਜਿਹੜੀ ਜੀਰੀ ਲੱਗਦੀ ਹੈ, ਉਸ ਨਾਲ ਬਿਮਾਰੀ ਦੇ ਚਾਂਸਿਸ ਨਾ ਬਰਾਬਰ ਰਹਿ ਜਾਂਦੇ ਆ। ਮੈਂ ਇਹ ਵੀ ਨਹੀਂ ਕਹਾਂਗਾ ਬਿਲਕੁਲ 0 ਹੋ ਜਾਂਦੇ ਆ, ਬਟ ਨਾ ਬਰਾਬਰ ਰਹਿ ਜਾਂਦੇ ਆ। ਮਤਲਬ ਆਪਣੀਆਂ ਜਿਹੜੀਆਂ ਸਪਰੇਆਂ ਜੋ ਵੀ ਆਪਾਂ ਨੂੰ ਫਾਲਤੂ ਕਰਨੀਆਂ ਪੈਂਦੀਆਂ, ਉਸ ਤੋਂ ਵੀ ਬਚਤ ਹੁੰਦੀ ਹੈ। ਸੋ ਇਹ ਸਾਰੇ ਬਚਤ ਵਾਲੇ ਖਾਨੇ ਦੀ ਆਪਾਂ ਗੱਲ ਕਰ ਰਹੇ ਹਾਂ। ਸੌਖੇ ਵੀ ਹੋ ਗਏ, ਬਚਤ ਵੀ ਹੋ ਰਹੀ ਹੈ। ਸਿਰਫ ਇੱਕ 5-10 ਦਿਨ ਦੀ ਜਿਹੜੀ ਪੌਦ ਦੀ ਖੇਚਲ ਹੈ, ਉਸ ਨੂੰ ਲੈ ਕੇ ਉਸ ਤੋਂ ਬਾਅਦ ਖੇਚਲ ਕਿਉਂ ਕਹਿੰਦਾ ਮੈਂ? ਕਿਉਂਕਿ ਜਦ ਤੱਕ ਤੁਸੀਂ ਕੋਈ ਕੰਮ ਨਹੀਂ ਕੀਤਾ ਉਦੋਂ ਤੱਕ ਹੀ ਖੇਚਲ ਹੈ। ਜਦ ਤੁਸੀਂ ਕਿਸੇ ਚੀਜ਼ ਨੂੰ ਹੱਥ ਪਾ ਲਿਆ ਫਿਰ ਕਿਆ ਉਹ ਖੇਚਲ ਰਹਿ ਜਾਏਗੀ? ਮੈਨੂੰ ਬੜੇ ਤਰ੍ਹਾਂ ਦੇ ਸਵਾਲ ਆਉਂਦੇ ਆ ਜੀ, ਇਹ ਕਿੰਨੀ ਕੁ ਕਾਮਯਾਬ ਹੈ? ਉਹ ਭਾਈ ਮੈਨੂੰ ਇਹ ਦੱਸੋ ਕਿ ਲੇਬਰ ਵਾਲੀ ਲਗਵਾਈ ਕਿੰਨੀ ਕੁ ਕਾਮਯਾਬ ਹੈ ਜਿਹੜੀ ਤੁਸੀਂ ਲਗਵਾਉਂਦੇ ਹੋ? ਜਿਹੜੀ ਲੇਬਰ ਤੋਂ ਆਪਾਂ ਬਿਜਾਈ ਕਰਾਉਂਦੇ ਆ, ਪਹਿਲਾਂ ਤਾਂ ਮੈਨੂੰ ਉਹ ਦੱਸੋ ਉਹ ਕਿੰਨੀ ਕੁ ਕਾਮਯਾਬ ਹੈ? 100% ਕਾਮਯਾਬ। ਠੀਕ ਹੈ ਜੀ। ਇਹ 110% ਕਾਮਯਾਬ ਹੈ। ਜਿਹੜੇ ਬੰਦੇ ਦੀ ਜਿੰਨੀ ਜਿਵੇਂ ਚੀਜ਼ ਤੋਂ ਸੰਤੁਸ਼ਟੀ ਹੈ, ਉਸ ਨਾਲੋਂ
ਇਸ ਤੋਂ ਵੱਧ ਸੰਤੁਸ਼ਟ ਹੋ ਕੇ ਚੱਲ ਸਕਦਾ। ਠੀਕ ਹੈ ਜੀ। ਹੁਣ ਆ ਜੰਨੇ ਆਪਾਂ ਐਂਡ 'ਚ ਸਾਰੇ ਮਿਹਨਤ ਕਰਦੇ ਆ, ਕਿਸ ਵਾਸਤੇ ਕਰਦੇ ਆ ਆਪਾਂ? ਛਮਾਈ ਬਾਅਦ ਕੁਛ ਖਾਤੇ 'ਚ ਵਧੀਆ ਨੋਟ ਆ ਜਾਣ। ਠੀਕ ਹੈ ਜੀ। ਕਿਆ ਲੱਗਦਾ ਤੁਹਾਨੂੰ ਇਹ ਜਿਹੜੀਆਂ ਆਪਾਂ ਗੱਲਾਂ ਕੀਤੀਆਂ, ਇਸ ਮਸ਼ੀਨ ਨਾਲ ਕੋਈ ਆਪਾਂ ਨੂੰ ਝਾੜ ਦਾ ਵਾਧਾ ਮਿਲੇਗਾ? ਜਿਹੜੇ ਜੋ ਵੀ ਸਾਰੀਆਂ ਆਪਾਂ ਗੱਲਾਂ ਕੀਤੀਆਂ ਉਸ ਚੀਜ਼ ਨੂੰ ਸਮਝਦੇ ਹੋਏ ਆਪਾਂ ਨੂੰ ਕੀ ਲੱਗਦਾ ਕੋਈ ਲੇਬਰ ਨਾਲੋਂ ਵਾਧਾ ਮਿਲੇਗਾ ਆਪਾਂ ਨੂੰ ਝਾੜ ਦਾ? ਹਾਂਜੀ, ਵੱਧ ਮਿਲੇਗਾ। ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿਉਂ ਵੱਧ ਮਿਲੇਗਾ। 1 ਕਿੱਲੇ 'ਚ ਲੇਬਰ ਕਿੰਨਾ ਬੀਜ ਲਗਾਉਂਦੀ ਹੈ? 1 ਕਿੱਲੇ 'ਚ 5 ਕਿਲੋ ਲਾਉਂਦੇ ਨੇ, ਹਾਂਜੀ 3 ਤੋਂ 5 ਕਿਲੋ। 3 ਤੋਂ 5 ਕਿਲੋ, 4 ਕਿਲੋ ਦੀ ਔਸਤ ਲੈ ਲਈਏ ਆਪਾਂ। ਇਸ ਮਸ਼ੀਨ ਨਾਲ ਕਿੰਨਾ ਬੀਜ ਲੱਗਦਾ ਹੈ? ਮੈਂ ਪੁੱਛ ਰਿਹਾ ਕਿਸੇ ਨੂੰ, ਮੈਨੇ ਕਿਹਾ ਪਤਾ ਹੁੰਦਾ? 8 ਕਿਲੋ ਕਹਿੰਦੇ ਨੇ। 8 ਕਿਲੋ ਘੱਟ ਤੋਂ ਘੱਟ ਲੱਗ, 9 ਕਿਲੋ ਵੀ ਲਗਾ ਦਿੰਦੇ ਆ, ਬਟ 8 ਕਿਲੋ ਸਹੀ ਰੇਸ਼ੋ ਹੈ। ਹੁਣ 8 ਕਿਲੋ ਤੇ 4 ਕਿਲੋ, ਹੁਣ ਤੁਸੀਂ ਕਹੋਗੇ ਇਹਦਾ ਝਾੜ ਦੁੱਗਣਾ ਹੋ ਜਾਣਾ ਚਾਹੀਦਾ। ਦੁੱਗਣਾ ਤਾਂ ਨਹੀਂ ਹੋ ਸਕਦਾ। ਨਹੀਂ, ਕਾਰਨ ਹੈ ਕਿਉਂਕਿ ਜਿਹੜਾ 4 ਕਿਲੋ ਬੀਜ ਲੱਗਦਾ ਉਹ ਇੱਕ ਇੱਕ ਡੱਕਾ ਕਰਕੇ ਲੱਗਦਾ। ਇਹ ਇੱਕੋ ਹੀ ਜਗ੍ਹਾ 'ਚ 3 ਤੋਂ 4 ਬੂਟੇ ਲੱਗਦੇ ਆ, ਔਰ ਜਿਹੜੇ ਕਿ 2 ਤੋਂ 3 ਸੀਡ, ਕਿਉਂਕਿ ਬਿਲਕੁਲ ਸੰਘਣੀ ਹੁੰਦੀ ਹੈ ਜਦ ਅਸੀਂ ਪੌਦ ਨੂੰ ਕਰਦੇ ਆ, ਉਸ 'ਚ 1 ਸੈਂਟੀਮੀਟਰ 2 ਸੈਂਟੀਮੀਟਰ ਦਾ ਉਸਨੇ ਚੁੰਝ ਮਾਰਨੀ ਹੈ ਤੇ ਉਹ ਚੀਜ਼ ਲਗਾ ਦੇਣੀ ਹੈ। ਉਸ 'ਚ 3 ਬੂਟੇ ਆ ਗਏ, 4 ਆ ਗਏ, 2 ਆ ਗਏ, ਉਹ ਲੱਗ ਜਾਣ। ਇਹ ਪੌਦ ਦੀ ਤਿਆਰੀ ਦੇ ਉੱਪਰ ਡਿਪੈਂਡ ਕਰਦਾ ਹੈ। ਸੋ ਜਿਹੜਾ ਮੇਰਾ ਤਜਰਬਾ 10-12 ਸਾਲ ਦਾ, ਕਿਉਂਕਿ ਜਦ ਉਰੇ ਉੱਤਰ ਭਾਰਤ 'ਚ ਕੋਈ ਵੀ ਇਸ ਮਸ਼ੀਨਾਂ ਬਾਰੇ ਜਾਣਕਾਰੀ ਨਹੀਂ ਰੱਖਦਾ ਸੀ, ਕੋਈ ਨਹੀਂ ਤੁਰਿਆ ਸੀ, ਉਸ ਟਾਈਮ ਦਾ ਮੈਂ ਤੁਰਿਆ ਹੋਇਆ। ਸੋ ਜਿਹੜਾ ਵੀ ਮੈਂ 500 ਮਸ਼ੀਨਾਂ ਅੱਜ ਤੱਕ ਵੇਚੀਆਂ ਆਪਣੇ ਹੱਥ ਨਾਲ, ਉਹ ਤੁਸੀਂ ਮੇਰੇ ਤੋਂ ਨੰਬਰ ਲੈ ਸਕਦੇ ਹੋ। ਤੁਹਾਡੇ ਅੜੋਸ ਪੜੋਸ 'ਚ ਜਿਹੜੀਆਂ ਚੱਲ ਰਹੀਆਂ, ਕਿਤੇ ਨਾ ਕਿਤੇ 2 ਤੋਂ 5 ਕੁਇੰਟਲ ਤੱਕ ਵੈਰਾਈਟੀ ਟੂ ਵੈਰਾਈਟੀ ਝਾੜ ਵੱਧਦਾ। 2 ਕੁਇੰਟਲ ਤੋਂ 5 ਕੁਇੰਟਲ ਤੱਕ ਝਾੜ ਵਧਣ ਦੀ ਕਪੈਸਿਟੀ ਹੈਗੀ ਹੈ। ਇਹ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਈ ਹਰ ਬੰਦਾ ਇਸ ਚੀਜ਼ ਨੂੰ ਠੱਪਾ ਲਗਾ ਕੇ ਲੈ ਕੇ ਚੱਲੇ। ਆਪਣੀ ਆਪਣੀ ਕਰਨੀ ਦੇ ਉੱਪਰ ਵੀ ਹੁੰਦਾ ਕਿ ਆਪਾਂ ਕਿਵੇਂ ਕਰ ਰਹੇ ਹਾਂ। ਹਰ ਬੰਦਾ ਇੱਕਸਾਰ ਨਹੀਂ ਹੁੰਦਾ। ਉਰੇ ਵੀ ਅਗਰ ਤੁਸੀਂ ਲੇਬਰ ਤੋਂ ਲਗਵਾ ਰਹੇ ਹੋ, ਕਿਸੇ ਦਾ ਕੁਇੰਟਲ ਵੱਧ ਨਿਕਲੇਗਾ, ਕਿਸੇ ਦਾ ਘੱਟ ਨਿਕਲੇਗਾ, ਲੇਬਰ ਤਾਂ ਉਹੀ ਹੈ। ਸੋ ਸਿਮਿਲਰ ਜਿਹੜਾ ਬੰਦਾ ਜਿਵੇਂ ਕੰਮ ਕਰ ਰਿਹਾ ਹੈ ਉਸ ਮੁਤਾਬਕ ਕਈ ਵਾਰ ਚੀਜ਼ ਦਾ ਅੰਤਰ ਪੈ ਜਾਂਦਾ। ਬਟ ਇਹ ਮੰਨ ਕੇ ਚੱਲੋ, ਜੋ ਮੈਂ ਤਜਰਬੇ ਨਾਲ ਆਪਣੇ ਕਹਿ ਸਕਦਾ ਕਿ 2 ਕੁਇੰਟਲ ਤੋਂ 5 ਕੁਇੰਟਲ ਤੱਕ ਤੁਹਾਡਾ ਝਾੜ ਇਸ 'ਚ ਵੱਧ ਸਕਦਾ ਹੈ। ਲੇਬਰ ਤੋਂ ਆਪਾਂ ਉਹ ਚੀਜ਼ ਨਹੀਂ ਉਮੀਦ ਕਰ ਸਕਦੇ। ਉਹ ਸਾਲੋਂ ਸਾਲ ਉਨਾ ਹੀ ਰਹੇਗਾ, ਚਾਹੇ ਆਪਾਂ ਘਟੇਗਾ, ਕਿਉਂਕਿ ਜਿਹੜੀ ਆਪਣੀ ਧਰਤੀ ਦੀ ਤਾਕਤ ਹੈ ਉਹ ਕਿਤੇ ਨਾ ਕਿਤੇ ਹਰ ਸਾਲ ਦਰ ਸਾਲ ਫਰਕ ਪਈ ਜਾਂਦੀ ਹੈ। ਜਿੰਨੀਆਂ ਦਵਾਈਆਂ, ਸਪਰੇਆਂ, ਸਾਰਾ ਕੁਝ ਆਪਾਂ ਪਾਉਂਦੇ ਆ, ਉਹ ਕਿਤੇ ਨਾ ਕਿਤੇ ਫਰਕ ਪੈਂਦਾ। ਹੁਣ ਇਸ ਗੱਲ ਨੂੰ ਅਗਰ ਨਿਚੋੜ ਕੱਢੀਏ, ਅਗਰ 2 ਕੁਇੰਟਲ ਵੀ ਵੱਧ ਹੈ, ਕਿੰਨੇ ਦਾ ਹੋ ਗਿਆ? 4000 ਰੁਪਏ ਦਾ। 2000 ਰੁਪਏ ਕਿੱਲਾ ਆਪਣਾ ਕੁਇੰਟਲ ਨੂੰ ਲਗਾ ਲਈਏ। ਪੂਰੀ ਗੱਲ 'ਚ ਅਗਰ ਆਪਾਂ ਸਾਰੀ ਗੱਲ ਨੂੰ ਮੈਂ ਹੁਣ ਨਿਚੋੜ ਕੱਢਾਂ ਤਾਂ ਆਪਾਂ ਲੈ ਦੇ ਕੇ ਮੈਂ ਪੈਸਾ ਸਮਝਾਉਣਾ ਚਾਹੁੰਦਾ ਕਿ ਤੁਹਾਡੇ ਪੈਸੇ ਦੀ ਕਿਵੇਂ ਬਚਤ ਹੁੰਦੀ ਹੈ। ਔਰ ਅਗਰ ਅੱਜ ਤੁਸੀਂ ਇੱਕ ਮਿਹਨਤ ਸੋਚ ਬਣਾਉਂਦੇ ਹੋ, ਆਪਣਾ ਵਿਜ਼ਨ ਬਣਾਉਂਦੇ ਹੋ, ਆਪਣੀ ਸੋਚ ਦੇ ਦਾਇਰੇ ਨੂੰ ਵਧਾਉਂਦੇ ਹੋ, ਤਾਂ ਇਹ ਮਸ਼ੀਨ ਨੂੰ ਅਗਰ ਲੈਣ ਦੀ ਸੋਚਦੇ ਹੋ ਤਾਂ ਇੱਕ ਸੀਜ਼ਨ ਦੇ ਅੰਦਰ ਅੰਦਰ, ਮਤਲਬ ਇੱਕ ਸੀਜ਼ਨ 'ਚ ਹੀ ਤੁਹਾਡਾ ਪੂਰਾ ਪੈਸਾ ਆਪਣੇ ਘਰ ਵਾਪਸ ਆ ਜਾਂਦਾ ਹੈ ਵਾਧੇ ਦੇ ਨਾਲ। ਇਹ ਕਿਸੇ ਕੰਮ 'ਚ ਨਹੀਂ ਹੁੰਦਾ। ਔਰ ਮੇਰਾ ਖੁੱਲਾ ਚੈਲੰਜ ਹੈ ਇਸ ਗੱਲ ਨੂੰ। ਮੇਰੇ ਤਜਰਬੇ ਨੂੰ ਲੈ ਕੇ ਮੈਂ ਬੜਾ ਮਜ਼ਬੂਤ ਹੈ ਔਰ ਮੈਂ ਪੂਰੀ ਘਾਟ ਘੁੰਮ ਚੁੱਕਿਆ, ਇਸ ਬਾਰੇ ਸਮਝ ਚੁੱਕਿਆ। 5000 ਤੋਂ ਲੈ ਕੇ 10000 ਰੁਪਏ ਤੱਕ ਤੁਹਾਡੀ ਕਿੱਲੇ ਦੀ ਬਚਤ ਆਂਦੀ ਹੈ। ਇਹ ਗੱਲ ਨੂੰ ਮੇਰੀ ਬੰਨ ਲਓ। ਇਹ ਰਿਕਾਰਡਿੰਗ ਵੀ ਹੋ ਰਹੀ ਹੈ। YouTube ਜਿਸ ਕੋਲ ਚੈਨਲ ਹੈ, ਮੇਰੇ ਹੋਰ ਵੀ ਵੀਡੀਓ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ, ਕਰ ਸਕਦੇ ਹੋ। ਅਗਰ ਇਹ ਵੀਡੀਓ ਬਣਾ ਰਹੇ ਹਾਂ, ਇਹ ਇਕੱਲਾ ਤੁਹਾਡੇ ਤੱਕ ਸੀਮਿਤ ਨਹੀਂ ਰਹਿਣਾ। ਇਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਸਾਨ ਭਰਾਵਾਂ ਤੱਕ ਗੱਲ ਫੈਲੇ। ਔਰ ਜਿਹੜੇ ਲੋਕ ਕਰ ਰਹੇ ਹੈ, ਕੋਈ ਇਹ ਨਹੀਂ ਕਿ ਅੱਜ ਮੈਂ ਨਵੀਂ ਗੱਲ ਕਰ ਰਿਹਾ, 10-12 ਸਾਲ ਤੋਂ ਜਿਹੜੇ ਲੋਕ ਕਰ ਰਹੇ ਹੈ, ਸਾਡੇ ਤੋਂ ਨੰਬਰ ਲਓ, ਮਿਲੋ, ਗਿਲੋ, ਗੱਲ ਕਰੋ, ਸਮਝੋ, ਬਰੀਕੀ 'ਚ ਜਾਓ, ਗੱਲਾਂ 'ਚ ਨਾ ਰਹੀਏ ਆਪਾਂ। 5000 ਤੋਂ 10000 ਰੁਪਏ ਕਿੱਲਾ ਆਪਣੀ ਬਚਤ ਹੈ। ਮਤਲਬ ਅਗਰ ਇਹ ਮਸ਼ੀਨ 100 ਕਿੱਲੇ ਦਾ
ਕੰਮ ਕਰਦੀ ਹੈ ਤਾਂ ਕਿਸੇ ਨਾ ਕਿਸੇ ਕਿਸਾਨ ਭਰਾ ਦਾ ਕਿਤੇ ਨਾ ਕਿਤੇ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਤੁਹਾਡੀ ਟੋਟਲ ਇਹ ਮਸ਼ੀਨ ਪੈਸਾ ਵਸੂਲ ਕਰਕੇ ਦਿੰਦੀ ਹੈ। ਕੋਈ ਕਿੰਤੂ ਪਰੰਤੂ ਨਹੀਂ ਹੈ, ਮੈਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ। ਕਿਸੇ ਨੂੰ ਭਰਾ ਨੂੰ ਹੋਵੇ ਤਾਂ ਹੱਥ ਖੜਾ ਕਰਕੇ ਗੱਲ ਕਰ ਸਕਦਾ ਹੈ, ਮੈਂ ਉਸ ਦਾ ਬਿਲਕੁਲ ਜਵਾਬ ਦਵਾਂਗਾ। ਕੋਈ ਅਗਰ ਸਮਝਣਾ ਚਾਹੁੰਦਾ ਹੋਵੇ ਹੋਰ ਇਸ ਗੱਲ, ਕੋਈ ਇਸ ਗੱਲ ਨਾਲ ਸਹਿਮਤ ਨਾ ਹੋਵੇ ਤਾਂ ਵੀ ਆਪਾਂ ਗੱਲ ਕਰ ਸਕਦੇ ਹਾਂ। ਕੋਈ ਹੋਰ ਸਮਝਣਾ ਚਾਹੁੰਦਾ ਹੋ, ਇਹ ਕੋਈ ਮਤਲਬ ਮੈਂ ਉਰੇ ਆਉਣ ਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਕੋਈ ਆਪਾਂ ਨੇ ਜਿੱਦ ਨਹੀਂ ਹੈ, ਸਿਰਫ ਸਾਡਾ ਵਿਸ਼ਵਾਸ ਹੈ। ਕਿਉਂਕਿ ਇਹ ਕੋਈ ਰਾਤੋਂ ਰਾਤ ਅਸੀਂ ਅੱਜ ਤੋਂ 10 ਸਾਲ ਪਹਿਲਾਂ ਨਹੀਂ ਬਾਹਰ ਨਿਕਲੇ। ਇਹ ਕਿਉਂ ਨਿਕਲੇ ਆ? ਇਹ ਜਿਹੜੀ ਕਾਇਰਾ ਪੈਡੀ ਪਲਾਂਟਰ ਦੀ ਮਸ਼ੀਨ ਹੈ, ਇਸ ਦੀ ਮੇਰੇ ਕੋਲ ਕੱਲਾ ਪੰਜਾਬ ਨਹੀਂ ਹੈ, ਉੱਤਰ ਭਾਰਤ ਕਿੰਨਾ ਜੀ, ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ, ਯੂਪੀ, ਉੱਤਰਾਖੰਡ, ਈਵਨ ਬਿਹਾਰ ਤੱਕ ਅਸੀਂ ਮਸ਼ੀਨਾਂ ਇਹ ਬੀੜਾ ਚੱਕਿਆ ਸੀ। ਇਹ ਵੀਡੀਓ ਕਿਉਂ ਹੈ? ਕਿਉਂਕਿ ਹਰ ਜਗ੍ਹਾ ਮੈਂ ਨਹੀਂ ਪਹੁੰਚ ਸਕਦਾ। ਇਹ ਘੱਟ ਤੋਂ ਘੱਟ ਲੋਕ ਸੁਣਨ, ਸਮਝਣ, ਔਰ ਅਗਰ ਕਿਸੇ ਦੇ ਸਮਝ ਆ ਜੇ ਤਾਂ ਉਹ ਤੁਰਨ ਦੀ ਕੋਸ਼ਿਸ਼ ਕਰੇ। ਕਿਉਂਕਿ ਘਾਟਾ ਕੋਈ ਨਹੀਂ ਹੈ, ਵਾਧਾ ਚਲੋ ਆਪਾਂ ਸੋਚੋ ਨਾ ਸੋਚੋ, ਤੁਹਾਡਾ ਜੋ ਵੀ ਅੱਜ ਦੀ ਘੜੀ ਚੱਲ ਰਿਹਾ ਸਿਸਟਮ, ਘਾਟਾ ਕੋਈ ਨਹੀਂ ਹੈ। ਬਦਲਣ ਨੂੰ ਕੋਈ ਸੋਚੇ ਨਾ ਸੋਚੇ, ਆਪਣੀ ਇੱਛਾ ਹੈ ਹਰ ਬੰਦੇ ਦੀ। ਬਟ ਮੇਰੇ ਵੱਲੋਂ ਇਹ ਕਲੀਅਰ ਕੱਟ ਹੈ ਕਿ ਵਾਧਾ ਹੈਗਾ, ਲੇਕਿਨ ਘਾਟਾ ਕੋਈ ਨਹੀਂ ਹੈ। ਠੀਕ ਹੈ ਜੀ। ਕੋਈ ਹੋਰ ਗੱਲਬਾਤ ਤੇ ਆਪਾਂ ਨਹੀਂ ਇਸ ਗੱਲ ਨੂੰ ਫਿਰ ਹੁਣ ਸਮੇਟਣਾ ਸ਼ੁਰੂ ਕਰੀਏ ਸਾਰੀ ਗੱਲ ਨੂੰ, ਤੇ ਐਂਡ 'ਚ ਗੱਲ ਨੂੰ ਆਪਾਂ ਖਤਮ ਕਰਾਂਗੇ। ਤੇ ਇਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਕੋਈ ਵੀ ਕਿਸਾਨ ਵੀਰ ਕੋਈ ਹੌਸਲਾ ਅਫਜ਼ਾਈ ਕਰਨਾ ਚਾਹੁੰਦਾ ਹੋਵੇ ਆਪਣੇ ਕਿਸਾਨ ਭਰਾਵਾਂ ਦੀ, ਜਾਂ ਕੋਈ ਕਿੰਤੂ ਪਰੰਤੂ ਹੋਵੇ, ਕੋਈ ਸਵਾਲ ਜਵਾਬ ਹੋਵੇ, ਤਾਂ ਹੱਥ ਖੜਾ ਕਰਕੇ ਕੋਈ ਗੱਲ ਕਰਨਾ ਚਾਹੇ ਤਾਂ ਕਰ ਸਕਦਾ। ਉਸ ਦਾ ਮਕਸਦ ਇਹੀ ਹੋਏਗਾ, ਹਰਮੇਲ ਸਿੰਘ ਜੀ ਨੇ ਜਿਵੇਂ ਕਿਹਾ ਕਿ ਆਪਾਂ ਝਿਜਕ 'ਚ ਨਹੀਂ ਰਹਿਣਾ। ਅੱਜ ਅਗਰ ਇੱਕ ਪਲੇਟਫਾਰਮ ਤੇ ਆਪਾਂ ਇਕੱਠੇ ਹੋਏ ਆ, ਉਸ ਦਾ ਮਕਸਦ ਸਾਡਾ ਤਾਂ ਮਿਹਨਤ ਹੈ ਹੀ ਹੈ। ਮਤਲਬ ਮੇਰਾ ਕੋਈ ਉਰੇ ਆਣਾ, ਪਟਿਆਲੇ ਤੋਂ ਚੱਲਣਾ, ਇਹ ਸਾਰੀ ਜੋ ਵੀ ਆਪਾਂ ਇਕੱਠੇ ਹੋਏ ਆ, ਕੋਈ ਟਾਈਮ ਪਾਸ ਨਹੀਂ ਅਸੀਂ ਕਰ ਰਹੇ, ਨਾ ਸਾਡੇ ਕੋਲ ਇੰਨਾ ਵੇਲ ਹੈ। ਇਹ ਬੜਾ ਕਲੀਅਰ ਹੈ ਕਿ ਤੁਸੀਂ ਜੋ ਵੀ ਆਪਾਂ ਕਿਸਾਨ ਭਰਾ ਜੁੜੇ ਆਏ ਆ, ਤੁਹਾਨੂੰ ਕੁਛ ਨਾ ਕੁਛ ਗੱਲਾਂ ਜਿਹੜੀਆਂ ਮੈਂ ਸਾਂਝੀਆਂ ਕਰਨਾ ਚਾਹੁੰਦਾ ਮਸ਼ੀਨਾਂ ਨੂੰ ਲੈ ਕੇ, ਤਾਂ ਉਸ ਬਾਰੇ ਤੁਹਾਡੇ ਕੋਲ ਅਸੀਂ ਹਾਜ਼ਰ ਹੋਏ। ਸੋ ਮੈਂ ਸਮਝ ਕੇ ਚੱਲਾਂ ਕੋਈ ਕਿਸਾਨ ਭਰਾ ਦਾ ਕੋਈ ਸਵਾਲ ਜਵਾਬ ਨਹੀਂ ਹੈ, ਸਭ ਨੂੰ ਸਾਰੀਆਂ ਗੱਲਾਂ ਸਮਝ ਆ ਗਈਆਂ। ਫੇਰ ਵੀ ਹੋਵੇ ਤਾਂ ਸਾਡੇ ਇਹ ਨੰਬਰ ਤੁਸੀਂ ਫੋਟੋ ਖਿੱਚ ਸਕਦੇ ਹੋ, ਨੋਟ ਕਰ ਸਕਦੇ ਹੋ। ਜਿਹੜੇ ਕਿਸਾਨ ਭਰਾ ਸਾਡਾ YouTube ਚੈਨਲ ਤੇ ਫੇਸਬੁੱਕ ਤੇ ਸਬਸਕ੍ਰਾਈਬ ਕਰ ਚੁੱਕੇ, ਚੰਗੀ ਗੱਲ ਹੈ। ਨਹੀਂ, ਸਾਡੇ ਤੁਹਾਡੇ ਕੋਲ ਨੰਬਰ ਸਾਡੀ ਟੀਮ ਨੇ ਨੋਟ ਕੀਤੇ ਹੈ। ਕਈ ਵਾਰ ਬਜ਼ੁਰਗ ਆਏ ਆ, ਮੁੰਡੇ ਕੋਲ ਘਰ 'ਚ ਫੋਨ ਹੁੰਦਾ, ਆਪਣੇ ਕੋਲ ਨਹੀਂ ਹੈ ਸਮਾਰਟਫੋਨ ਟੱਚ ਵਾਲਾ, ਤਾਂ ਸਾਡੀ ਟੀਮ ਤੁਹਾਨੂੰ ਕੰਟੈਕਟ ਕਰੇਗੀ। ਤੁਸੀਂ ਗਰੁੱਪ 'ਚ ਉਹਨਾਂ ਦਾ ਨੰਬਰ ਐਡ ਕਰ। ਸਾਡਾ ਇੱਕ ਗਰੁੱਪ ਹੈ, ਸੈਮੀਨਾਰ ਗਰੁੱਪ ਹੈ, ਜਿਹੜਾ ਕਿ ਅਸੀਂ ਸ਼ੁਰੂ ਕੀਤਾ ਹੋਇਆ। ਜੋ ਵੀ ਕਿਸਾਨ ਵੀਰ ਉਰੇ ਆਏ ਆ, ਸਾਡੀ ਕੋਸ਼ਿਸ਼ ਹੈ ਕਿ ਇਹ ਗੱਲਾਂ ਉਰੇ ਹੀ ਖਤਮ ਨਾ ਹੋਣ, ਇਹ ਗੱਲਾਂ ਉਰੇ ਹੀ ਖਤਮ ਨਾ ਹੋਣ ਘੰਟੇ 'ਚ, ਇਹ ਖਤਮ ਹੋਣ ਨੀਆਂ ਹੀ ਨਹੀਂ ਚਾਹੀਦੀਆਂ, ਇਹ ਚੱਲਦੀਆਂ ਰਹਿਣੀਆਂ ਚਾਹੀਦੀਆਂ। ਔਰ ਮੈਂ ਉਮੀਦ ਨਹੀਂ ਕਰਦਾ ਕਿ ਸਾਡਾ ਕੰਮ ਉਰੇ ਆ ਕੇ ਵੀ ਤੁਸੀਂ ਹਰ ਬੰਦਾ ਮਸ਼ੀਨ ਲੈ ਲਓ, ਨੋ, ਬਿਲਕੁਲ ਨਹੀਂ। ਜਾਗਰੂਕ ਹੋਣਾ ਜ਼ਰੂਰੀ ਹੈ। ਜਦ ਤੁਸੀਂ ਜਾਗਰੂਕ ਹੋਗੇ, ਸਮਝ ਆਏ ਜਾਂ ਨਾ ਆਏ ਉਹ ਬਾਅਦ ਦੀ ਗੱਲ ਹੈ। ਮਸ਼ੀਨਾਂ ਵੇਚਣਾ ਜ਼ਰੂਰ ਸਾਡਾ ਕੰਮ ਹੈ, ਲੇਕਿਨ ਹੁਣ ਅਸੀਂ ਜਿਹੜਾ ਬੀੜਾ ਚੱਕ ਕੇ ਚੱਲੇ ਹੋਏ ਆ, ਉਹ ਜਾਗਰੂਕ ਦਾ ਜ਼ਿਆਦਾ ਹੈ। ਮਸ਼ੀਨਾਂ ਦਾ ਜੋ ਜਿਸ ਨੂੰ ਜਾਗਰੂਕ ਹੋ ਗਿਆ, ਉਹ ਆਪਣੇ ਆਪ ਸਮਝ ਆ ਜਾਏਗਾ, ਜਿੰਨੀਆਂ ਵੀ ਆਪਾਂ ਗੱਲਾਂ ਕਰ ਰਹੇ ਹਾਂ। ਠੀਕ ਹੈ ਜੀ। ਸੋ ਐਂਡ 'ਚ ਗੱਲਾਂ ਨੂੰ ਖਤਮ ਕਰਦੇ ਹੋਏ, ਜਿਹੜਾ ਵੀ ਫੇਸਬੁੱਕ ਜਾਂ ਇੰਸਟਾਗ੍ਰਾਮ ਨੂੰ ਮਤਲਬ ਅੱਜ ਕੱਲ ਹਰ ਬੰਦਾ ਤਕਰੀਬਨ ਜੁੜਿਆ ਹੁੰਦਾ, ਤਾਂ ਇਹ ਸਾਡਾ ਉੱਥੇ ਨਾਮ ਹੈ। ਕੋਈ ਦਿੱਕਤ ਨਹੀਂ ਹੈ। ਅਗਰ ਹੁਣ ਨਹੀਂ ਨੋਟ ਕਰ ਪਾਓਗੇ, ਸਾਡਾ ਬੰਦਾ ਤੁਹਾਨੂੰ ਤੁਹਾਡੇ ਨੰਬਰ ਤੋਂ ਕਾਲ ਕਰੇਗਾ, ਤੁਸੀਂ ਬਾਅਦ ਚੋਂ ਵੀ ਤੁਸੀਂ ਨੋਟ ਕਰਵਾ ਸਕਦੇ ਹੋ। ਮੇਰਾ ਦੱਸ ਰਿਹਾ ਵੈਸੇ ਫਿਲਹਾਲ, ਠੀਕ ਹੈ ਜੀ। ਤੇ ਸਾਡਾ YouTube ਚੈਨਲ ਜਿਹੜਾ ਕਿ ਅੱਜ ਕੱਲ ਵੀਡੀਓ ਹਰ ਤਰ੍ਹਾਂ ਦੀਆਂ ਉਸ ਤੇ ਆਮ ਕਿਸਾਨ ਦੇਖਦਾ ਹੈ, ਜੋ ਵੀ ਖੇਤੀ ਦੇ ਰਿਲੇਟਡ, ਤਾਂ ਪਿਓਰਲੀ ਪੈਡੀ ਪਲਾਂਟਰ ਨੂੰ ਲੈ ਕੇ, ਕਾਇਰਾ ਪੈਡੀ ਪਲਾਂਟਰ ਨੂੰ ਲੈ ਕੇ ਜਿਹੜਾ ਅੱਜ ਦਾ ਵੀਡੀਓ ਵੀ ਅਪਲੋਡ ਹੋਏਗਾ। ਇਸ ਤੋਂ ਪਹਿਲਾਂ 4 ਸੈਮੀਨਾਰ ਹੋ ਚੁੱਕੇ, 10 ਐਪੀਸੋਡ ਜਿਸ 'ਚ ਸਾਰੀ ਜਾਣਕਾਰੀ ਹੈ ਤੁਹਾਨੂੰ। ਇਹ ਅੱਗੇ ਨੂੰ ਵਧੀ ਜਾਣਾ, ਇੰਟਰਵਿਊ ਵੀ ਆਣੀ ਹੈ। ਜਿਹੜੇ ਕਿਸਾਨ ਭਰਾ ਮਸ਼ੀਨਾਂ ਲੈ ਚੁੱਕੇ, ਕੋਈ 10 ਸਾਲ ਪਹਿਲਾਂ, ਕੋਈ 2 ਸਾਲ ਪਹਿਲਾਂ,
ਉਹਨਾਂ ਦੇ ਸਭ ਦੇ ਇੰਟਰਵਿਊ ਵੀ ਇਸ ਚੈਨਲ ਤੇ ਆਏਗੇ ਅੱਗੇ ਨੂੰ, ਫੇਸਬੁੱਕ ਤੇ, YouTube ਤੇ। ਦੇਖੋ, ਮਨ ਕਦੀ 1 ਮਿੰਟ ਚ ਨਹੀਂ ਬਣਦਾ, ਨਾ ਬਣਨਾ ਚਾਹੀਦਾ। ਅਗਰ ਉਹ ਬਣ ਰਿਹਾ ਉਹ ਵੀ ਗਲਤ ਹੈ। ਮਤਲਬ ਆਪਾਂ ਗੱਲਾਂ ਨੂੰ ਸੁਣ ਰਹੇ ਹਾਂ, ਨਹੀਂ, ਆਪਾਂ ਡੂੰਘਾਈ ਚ ਜਾਓ, ਹੋਰ ਤਹਿ ਤੱਕ ਜਾਓ, ਸਮਝੋ, ਬਰੀਕੀ ਚ ਜਾਓ। ਪੈਸਾ ਖਰਾਬ ਨਹੀਂ ਕਰਨਾ ਕਿ ਬਈ ਆਏ ਸੀ, ਕਿਸੇ ਨੇ ਕਿਹਾ ਸੀ, ਆਪਾਂ ਦਾ ਯਾਰ ਬੜੇ ਵਧੀਆ ਲੱਗੀਆਂ ਗੱਲਾਂ ਤੇ ਆਪਾਂ ਮਸ਼ੀਨ, ਨਹੀਂ, ਬਿਲਕੁਲ ਐਨ ਗਹਿਰਾਈ ਤੱਕ ਜਾਓ, ਸਮਝ ਆਵੇ ਤਾਂ ਤੁਰੋ। ਠੀਕ ਹੈ ਜੀ, ਐਵੇਂ ਹੀ ਹੋਣਾ ਚਾਹੀਦਾ। ਹਾਂ, ਕੀਮਤ ਬਾਰੇ ਮੈਂ ਭੁੱਲ ਗਿਆ। ਇਹ ਜਿਹੜੀ ਸਾਡੀ 4 ਲਾਈਨਾਂ ਵਾਲਾ ਮਾਡਲ ਹੈ, ਇਹ 2,60,000 ਰੁਪਏ ਦਾ ਹੈ। ਇਹ ਸੈਲਫ ਸਟਾਰਟ ਮਾਡਲ ਵੀ ਹੈ। ਹਾਲੇ ਤੱਕ ਜਿਹੜੀਆਂ ਬਾਜ਼ਾਰ 'ਚ ਮਸ਼ੀਨਾਂ ਪਹਿਲਾਂ ਅਸੀਂ ਵੇਚੀਆਂ, ਉਸ 'ਚ ਕੱਲਾ ਪੁਲੀ ਸਿਸਟਮ ਸੀ ਸਟਾਰਟ ਕਰਨ ਨੂੰ। ਇਸ 'ਚ ਪੁਲੀ ਸਿਸਟਮ ਤਾਂ ਹੈ ਹੀ ਹੈ। ਇਹ 4.5 ਪਾਵਰ ਦਾ ਪੈਟਰੋਲ ਇੰਜਨ ਹੈ, ਯਾਮਾ ਕੰਪਨੀ ਦਾ। ਠੀਕ ਹੈ ਜੀ। ਹੁਣ ਆ ਜਾਓ, ਇਹ 6 ਲਾਈਨਾਂ ਵਾਲੀ ਹੈ, ਸਾਰੀ ਚੀਜ਼ ਸੇਮ ਹੈ, ਸਿਰਫ ਲਾਈਨਾਂ 6 ਹੈ, ਉਹੀ ਇੰਜਨ ਹੈ, ਉਹੀ ਥੋੜਾ ਬਹੁਤ। ਇਹ ਵੀ ਸੈਲਫ ਸਟਾਰਟ ਹੈ, ਮਤਲਬ ਬਟਨ ਦੱਬੋ ਫਟਦੇ ਨਹੀਂ, ਸਟਾਰਟ ਹੈ। ਰੱਸੀ ਸਿਸਟਮ ਵੀ ਹੈ, ਬੈਟਰੀ ਲੱਗੀ ਹੋਈ ਹੈ। ਇਹ ਹੈਗੀ 3.5 ਲੱਖ ਰੁਪਏ ਦੀ, 6 ਸਿਆੜ ਵਾਲੀ। ਠੀਕ ਹੈ ਜੀ। ਇਹ ਹੈਗੀ ਮਾਡਲ, ਕਮਰਸ਼ੀਅਲ ਮਾਡਲ, ਜਿਸ ਨੂੰ ਮੈਂ ਕਹਿੰਦਾ ਬੈਠ ਕੇ ਚਲਾ ਸਕਦੇ ਹੋ, ਰਾਈਡ ਔਨ ਮਾਡਲ ਹੈ। ਇਹ 13 ਲੱਖ ਦਾ ਮਾਡਲ ਹੈ, 13 ਲੱਖ ਰੁਪਏ ਦਾ ਮਾਡਲ ਹੈ, ਜਿਹੜਾ ਕਿ 4x4 ਹੈ, 20 ਹਾਰਸ ਪਾਵਰ ਦਾ ਡੀਜ਼ਲ ਇੰਜਨ ਹੈ, ਬਹੁਤ ਲਾਜਵਾਬ, ਜਿਸ ਨੂੰ ਆਪਾਂ ਕਹਿੰਦੇ ਆ ਮਤਲਬ 300 ਤੋਂ 450 ਕਿੱਲੇ ਦੀ ਸੀਜ਼ਨ ਚ ਔਸਤ ਲੈ ਸਕਦੇ ਹੋ। ਇੱਕ ਸੀਜ਼ਨ ਚ ਮਸ਼ੀਨ ਫ੍ਰੀ ਹੈ, ਜਿਵੇਂ ਕਿ ਮੈਂ ਜ਼ਿਕਰ ਕੀਤਾ। ਹਰ ਮਸ਼ੀਨ ਆਪਣੇ ਆਪ ਚ ਆਪਣਾ ਪੈਸਾ ਵਸੂਲ ਕਰ ਦਿੰਦੀ ਹੈ। ਬਾਕੀ ਸਿਰਫ ਔਰ ਸਿਰਫ ਜਿਹੜੀ ਝਿਜਕ ਲੋਕਾਂ 'ਚ ਰਹਿੰਦੀ ਹੈ, ਜਿਸ ਨੂੰ ਕਿ ਆਪਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ ਵੀ ਪੌਦ ਦਾ ਕੰਮ ਲੋਕਾਂ ਦੇ ਦਿਮਾਗ 'ਚ ਹੈ ਕਿ ਪਤਾ ਨਹੀਂ ਕਿਹੜੀ ਖੱਜਲ ਖੁਆਰੀ ਹੈ। ਉਹ ਜਿਹੜਾ ਸਮਾਨ ਆਪਣਾ ਸੀਟਰ ਸੂਟਰ ਅੱਡ ਦਿੰਦੇ ਕਿ ਹਾਂਜੀ, ਹਾਂ, ਨਹੀਂ ਨਹੀਂ, ਉਹ ਅੱਡ ਹੈ ਜੀ। 50,000 ਰੁਪਏ ਜਿਹੜਾ ਮੈਂ ਤੁਹਾਨੂੰ ਇੱਕ ਅੰਦਾਜ਼ਾ ਦੱਸਿਆ ਕਿ ਜੋੜ ਕੇ ਚੱਲੋ ਹਰ ਮਸ਼ੀਨ ਦੇ ਨਾਲ, ਉਹ 50,000 ਉਸੀ 'ਚ ਹੈ ਕਿ ਸੀਡਰ ਆ ਗਿਆ, ਫਰਮੇ ਆ ਗਏ, ਪੋਲੀਥੀਨ ਆ ਗਿਆ, ਜਾਂ ਕੁਝ ਹੋਰ ਛੋਟਾ ਮੋਟਾ ਜੋ ਵੀ ਆਪਾਂ ਸਮਾਨ ਤਿਆਰ ਕਰ, ਇੱਕ ਵਾਰ ਦੀ ਤਿਆਰੀ ਲਈ ਆਪਾਂ ਨੂੰ 50,000 ਹੋਰ ਚਾਹੀਦੇ ਆ। ਇਹ ਮਸ਼ੀਨਾਂ ਦੀ ਕੀਮਤ ਹੈ ਜਿਹੜੀ ਮੈਂ ਗੱਲ ਕੀਤੀ। ਠੀਕ ਹੈ ਜੀ। ਸੋ ਮੇਰੇ ਖਿਆਲ 'ਚ ਜਿੰਨਾ ਵੀ ਅੱਜ ਦਾ ਤੁਹਾਡੇ ਨਾਲ ਰੂਬਰੂ ਹੋਇਆ, ਮੈਂ ਗੱਲਾਂ ਹੋਈਆਂ, ਬਹੁਤ ਵਧੀਆ ਲੱਗਿਆ। ਵਧੀਆ ਇਸ ਕਰਕੇ ਲੱਗਿਆ ਕਿਉਂਕਿ ਜਦ ਸੁਣਨ ਵਾਲੇ ਵਧੀਆ ਹੋਣ ਤਾਂ ਮਨ ਦੀ ਤ੍ਰਿਪਤੀ ਆਪਣੇ ਆਪ ਹੋ ਜਾਂਦੀ ਹੈ। ਔਰ ਤੁਸੀਂ ਬੜੇ, ਜੋ ਮੈਂ, ਕਿਉਂਕਿ ਮੇਰੀਆਂ ਅੱਖਾਂ ਤੁਹਾਡੇ ਵੱਲ ਹੀ ਹੈ, ਤਾਂ ਮੈਂ ਦੇਖ ਰਿਹਾ ਸੀ ਕਿ ਸਭ ਦੀਆਂ ਅੱਖਾਂ ਮੇਰੇ ਵੱਲ ਹੈ। ਇਹ ਜਿਹੜਾ ਅੱਖਾਂ ਦਾ ਜਿਹੜਾ ਮੇਲ ਹੁੰਦਾ ਹੈ, ਇਸ ਤੋਂ ਹੀ ਪਤਾ ਚੱਲਦਾ ਹੈ ਕਿ ਜਿਹੜੀ ਜਨਤਾ ਆਈ ਹੈ ਉਹ ਕਿਤੇ ਨਾ ਕਿਤੇ ਸੁਣਨ ਆਈ ਹੈ ਔਰ ਸਮਝਣ ਆਈ ਹੈ, ਕੋਈ ਟਾਈਮ ਪਾਸ ਨਹੀਂ ਆਪਾਂ ਕਰਨ ਆਏ। ਸੋ ਉਸ ਦਾ ਮੈਂ ਬਹੁਤ ਧੰਨਵਾਦੀ ਹਾਂ ਫਿਰ ਇੱਕ ਵਾਰ ਕਿ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਉਰੇ ਆਏ ਤੇ ਆਪਾਂ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਉਸ ਨੂੰ ਸੁਣਿਆ। ਮੈਨੂੰ ਉਮੀਦ ਹੈ ਆਪਾਂ ਕਿਤੇ ਨਾ ਕਿਤੇ ਫੇਰ ਮਿਲਦੇ ਰਵਾਂਗੇ। ਇਸ ਗੱਲ ਤੋਂ ਪਹਿਲਾਂ ਆ ਵੀ ਗੁਰਜੰਟ ਸਿੰਘ, ਇਹ ਸਾਡਾ ਪਿੰਡ ਬੀਨਾ ਹੇੜੀ ਤੋਂ ਸਾਡੇ ਕੋਲ ਲੜਕਾ ਕੰਮ ਕਰਦਾ ਹੈ, ਗੁਰਜੰਟ ਸਿੰਘ, ਤੇ ਇਸੀ ਨੇ ਇਹ ਸਾਰਾ ਕੈਂਪ ਜਿਹੜਾ ਅੱਜ ਦਾ ਸੈਮੀਨਾਰ ਹੈ ਆਰਗੇਨਾਈਜ਼ ਕਰਾਇਆ, ਤੇ ਤੁਹਾਡੇ ਲੋਕਾਂ ਵਿੱਚ ਇਹ ਇਸ ਤੋਂ ਬਾਅਦ ਵੀ ਵਿਚਰਦਾ ਰਹੇਗਾ। ਤੁਹਾਡੇ ਤੋਂ ਜੋ ਵੀ ਤੁਹਾਡੀ ਮਨ ਦੀ ਕੋਈ ਸੋਚ ਹੋਏਗੀ ਤਾਂ ਤੁਸੀਂ ਇਸ ਨਾਲ ਆਉਣ ਵਾਲੇ ਸਮੇਂ 'ਚ ਗੱਲ ਕਰ ਸਕਦੇ ਹੋ। ਠੀਕ ਹੈ ਜੀ। ਗੁਰਜੰਟ ਸਿੰਘ ਹੈ ਤੇ ਨੰਬਰ ਨੀਚੇ ਦਿੱਤੇ ਗਏ ਹੈ, ਸਾਡੇ ਕੋਲ ਤੁਹਾਡੇ ਨੰਬਰ ਆ ਗਏ, ਅਸੀਂ ਵੀ ਤੁਹਾਡੇ ਨਾਲ ਇਨ ਟੱਚ ਰਵਾਂਗੇ, ਸਾਡੀ ਟੀਮ। ਤੇ ਐਂਡ 'ਚ ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਨਮਸਕਾਰ।